ਅੱਜ ਦੀ ਇਸ ਇਕੱਤਰਤਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਸਾਧ ਸੰਗਤ ਫਤਿਹ ਦੀ ਪਹਿਲਾਂ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਾਫੀ ਲੰਮੇ ਸਮੇਂ ਤੋਂ ਇਸ ਜੋ ਮੀਟਿੰਗ ਆਪਣੀ ਚੱਲ ਰਹੀ ਹੈ ਇਹਦੇ ਵਿੱਚ ਵੱਖ-ਵੱਖ ਸਿਆਣੇ ਸੱਜਣਾ ਦੇ ਜੋ ਵਿਚਾਰ ਨੇ ਉਹ ਸੁਣੇ ਨੇ, ਉਹਨਾਂ ਦੇ ਵਿੱਚੋਂ ਹੀ ਮੈਂ ਥੋੜ੍ਹੀ ਬਹੁਤੀ ਤੁਹਾਡੇ ਨਾਲ ਗੱਲ ਕਰਨੀ ਹੈ। ਇੱਕ ਗੱਲ ਬੜੀ ਉੱਭਰ ਕੇ ਆ ਰਹੀ ਹੈ ਕਿ ਸਾਨੂੰ ਜੀ RSS ਦਾ ਬਹੁਤ ਖਤਰਾ, ਸਾਨੂੰ RSS ਦਾ ਬਹੁਤ ਖਤਰਾ। ਸਾਨੂੰ RSS ਦਾ ਕੋਈ ਖਤਰਾ ਨਹੀਂ, ਇੱਕ ਗੱਲ ਸਾਰੇ ਲੜ ਬੰਨ ਲਓ। RSS ਦਾ ਸਾਨੂੰ ਕੋਈ ਖਤਰਾ ਨਹੀਂ। ਇੱਕ ਜੰਗਲ ਦੇ ਵਿੱਚ ਸ਼ੇਰ ਹੋਵੇ, ਉਹਨੂੰ ਕਿਸੇ ਜੰਬਕ ਦਾ ਉਹਨੂੰ ਡਰ ਹੋਵੇ, ਕਿੱਡੀ ਨਮੋਸ਼ੀ ਵਾਲੀ ਗੱਲ ਹੈ। ਸਿੰਘ ਸ਼ਰਨ ਤਤ ਜਾਈਏ ਜਾਂ ਜੰਬਕ ਦਰਸੇ। ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਤੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਣ ਵਾਲੇ, ਤੇ ਤੁਸੀਂ ਉਹਨਾਂ ਲੋਕਾਂ ਤੋਂ ਡਰ ਰਹੇ ਹੋ। ਕਿਉਂ ਡਰ ਰਹੇ ਹੋ? ਕਿਉਂਕਿ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉਹ ਅਸੀਂ ਛੱਡੀ ਹੋਈ ਹੈ। ਅਸੀਂ ਸਿੱਖ ਜ਼ਰੂਰ ਕਹਾਉਂਦੇ ਹਾਂ। ਸਿੱਖ ਕੌਣ ਹੈ? ਸਟੂਡੈਂਟ ਹੈ। ਸਿੱਖ ਨੇ ਕਰਨਾ ਕੀ ਹੈ? ਉਹਨੇ ਸਿੱਖੀ ਪ੍ਰਾਪਤ ਕਰਨੀ ਹੈ। ਸਿੱਖੀ ਕਿੱਥੋਂ ਪ੍ਰਾਪਤ ਕਰਨੀ ਹੈ? ਗੁਰਦੁਆਰਿਆਂ ਤੋਂ ਪ੍ਰਾਪਤ ਕਰਨੀ ਹੈ। ਸਿੱਖ ਦਾ ਸਿਲੇਬਸ ਕੀ ਹੈ? ਗੁਰਬਾਣੀ ਹੈ। ਅੱਜ ਅਸੀਂ ਸਿਲੇਬਸ ਛੱਡਿਆ ਹੋਇਆ, ਅਸੀਂ ਸਟੂਡੈਂਟ ਕਹਾਉਂਦੇ ਆ। ਸਿਲੇਬਸ ਕਿੱਥੇ ਆ ਸਾਡਾ? ਜੇ ਸਿੱਖਾਂ ਨੇ ਸਿਲੇਬਸ ਫੜ ਲਿਆ ਤਾਂ ਇਹਨਾਂ ਨੂੰ ਕੋਈ ਹਰਾਉਣ ਵਾਲਾ ਨਹੀਂ, ਇਹਨਾਂ ਨੂੰ ਕੋਈ ਡਰਾਉਣ ਵਾਲਾ ਨਹੀਂ। ਆ ਪਹਿਲਾਂ ਬੜੀ ਗੱਲ ਇੱਕ ਬਾਰ-ਬਾਰ ਆਈ ਕਿ ਹਮ ਹਿੰਦੂ ਨਹੀਂ, ਹਮ ਹਿੰਦੂ ਨਹੀਂ। ਉਹ ਭਾਈ ਇਹ ਗੱਲਾਂ ਕਹਿਣ ਵਾਲੀਆਂ ਤੁਹਾਨੂੰ ਕਿੱਥੋਂ ਨੇ? ਤੁਸੀਂ ਵਿੱਚੋਂ ਲੱਭੋ ਇੱਥੋਂ। ਜਦ ਇਹਦੇ ਵਿੱਚ ਸਾਰੀ ਗੱਲ ਦੱਸੀ ਹੋਈ ਸੀਗੀ ਹਿੰਦੂ ਜਿਹੜਾ ਹੈ ਉਹ ਕੌਣ ਹੈ? ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਹੇ ਖੁਦਾਏ। ਤੇ ਚੌਥੇ ਤੁਸੀਂ ਬੈਠੇ ਹੋ। ਕਬੀਰ ਕਾ ਸਵਾਮੀ ਰਿਹਾ ਸਮਾਏ। ਅਸੀਂ ਰਿਹਾ ਸਮਾਏ ਛੱਡਤਾ। ਅਸੀਂ ਉਹਨਾਂ ਦੇ ਗੱਲਾਂ ਦੇ ਪਿੱਛੇ ਲੱਗ ਗਏ। ਅਸੀਂ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ। ਰਹਿਤ ਮਰਿਆਦਾ ਦੀ ਅਸੀਂ ਗੱਲ ਕਰਦੇ ਹਾਂ, ਜਿਹਦੇ ਵਿੱਚੋਂ ਅਸੀਂ ਕੇਵਲ ਮਰਿਆਦਾ ਫੜੀ ਹੋਈ ਹੈ। ਮਰਿਆਦਾ ਦੀ ਅਸੀਂ ਗੱਲ ਕਰਦੇ ਹਾਂ, ਰਹਿਤ ਅਸੀਂ ਛੱਡਤੀ। ਰਹਿਤ ਅਬਰ ਕੁਛ ਅਬਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਘਟ ਲਾਵਤ। ਇਸ ਕਰਕੇ ਜਿੰਨੀ ਦੇਰ ਤੱਕ ਸਿੱਖ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਮੰਨਦੇ ਜ਼ਰੂਰ ਆ, ਮੱਥਾ ਟੇਕਦੇ ਆ, ਪਰ ਗੁਰਬਾਣੀ ਦੀ ਗੱਲ ਅਸੀਂ ਨਹੀਂ ਮੰਨਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸੀਂ ਗੱਲ ਕਰਦੇ ਆ ਵੀ ਉਹਨਾਂ ਨੇ ਜੀ ਬਹੁਤ ਮਾੜਾ ਕਰ ਦਿੱਤਾ ਜੀ, ਉਹਨਾਂ ਨੇ ਐਂ ਕਰਤਾ ਜੀ, ਵਾਹ ਕਰਤਾ ਜੀ, ਬਹੁਤ ਕੁਝ ਹੋ ਰਿਹਾ। ਉਹਨਾਂ ਦਾ ਅਸੀਂ ਜਿਹੜਾ ਵਿਕਲਪ ਹੋਰ ਲੱਭ ਰਹੇ ਹਾਂ ਵੀ ਅਸੀਂ ਕਿਸ ਤਰ੍ਹਾਂ ਉੱਥੇ ਕਿਹਨੂੰ ਲੈ ਕੇ ਜਾਣਾ। ਉਹ ਭਾਈ ਸਾਡੇ ਗਲੀ ਗਲੀ ਗੁਰਦੁਆਰੇ ਨੇ, ਉੱਥੇ ਸਾਡਾ ਆਪਣਾ ਪ੍ਰਬੰਧ ਹੈ, ਸੰਗਤੀ ਪ੍ਰਬੰਧ ਹੈ। ਉੱਥੇ ਕੀ ਸਾਨੂੰ ਮਿਲ ਰਿਹਾ? ਉੱਥੋਂ ਸਾਨੂੰ ਕੀ ਮਿਲ ਰਿਹਾ? ਉੱਥੋਂ ਸਾਨੂੰ ਧੜੇਬੰਦੀਆਂ ਮਿਲ ਰਹੀਆਂ ਨੇ, ਜਿਹਦਾ ਅਸੀਂ ਨਤੀਜਾ ਇਹ ਭੁਗਤ ਰਹੇ ਹਾਂ। ਉੱਥੇ ਜਿਹੜੀਆਂ ਸਾਨੂੰ ਧੜੇਬੰਦੀਆਂ ਮਿਲ ਰਹੀਆਂ ਨੇ, ਉੱਥੋਂ ਸਾਨੂੰ ਨਤੀਜਾ ਸਾਡੇ ਸਾਹਮਣੇ ਆ ਵੀ ਅਸੀਂ ਖਿੰਡੇ ਖੱਪਰੇ ਫਿਰਦੇ ਹਾਂ ਸਾਰੇ ਪਾਸੇ। ਇਸ ਕਰਕੇ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਆਉਣਾ ਪਊਗਾ। ਜਿੱਦਣ ਆ ਜਾਓਗੇ ਉਦਣ ਸਰ ਜੂਗਾ, ਨਹੀਂ ਸਰਨਾ। ਇੱਕ ਅਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਹੈ। ਬਸ ਜੀ ਬਸ, ਬਹੁਤ ਕੋਈ ਨਹੀਂ। 295 ਦੀ ਗੱਲ ਆਈ, 302 ਦੀ ਗੱਲ ਆਈ, ਧਾਰਾਵਾਂ। ਬਈ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰਦਾ ਉਹ ਤੇ ਆਹ ਧਾਰਾ ਲਾਓ ਜੀ, ਆਹ ਧਾਰਾ ਲਾਓ। ਚਲੋ ਮੈਂ ਬਹੁਤਾ ਕਾਨੂੰਨ ਦੇ ਬਾਰੇ ਨਹੀਂ ਜਾਣਦਾ, ਮੈਂ ਤਾਂ ਇੱਕ ਆਮ ਸਿੰਪਲ ਸਧਾਰਨ ਜਿਹਾ ਬੰਦਾ, ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈਗੀ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰਦਾ, ਕੋਈ ਰੁਮਾਲਾ ਛੇੜ ਦਿੰਦਾ, ਕੋਈ ਪਾੜ ਦਿੰਦਾ, ਜਾਂ ਕੋਈ ਹੋਰ ਕਿਸੇ ਕਿਸਮ ਦੀ ਬੇਅਦਬੀ ਕਰਦਾ, ਉਹਦੇ ਤੇ ਤਾਂ ਅਸੀਂ ਮੰਗ ਕਰਦੇ ਹਾਂ ਵੀ 295 ਲਾ ਦਿਓ, 302 ਲਾ ਦਿਓ। ਤੇ ਜਿਹੜੇ ਅਸੀਂ ਰੋਜ਼ ਬੇਅਦਬੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਬੈਠ ਕੇ, ਜਿੰਨੇ ਸਾਡੇ ਪ੍ਰਚਾਰਕ ਨੇ, ਮੰਜੀ ਸਾਹਿਬ ਤੋਂ ਜਿੰਨੇ ਰੋਜ਼ ਕਥਾ ਆਉਂਦੀ ਹੈ, ਉਹਦੇ ਵਿੱਚ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਉਹਨਾਂ ਤੇ ਕਿਹੜੀ ਧਾਰਾ ਲਾਓਗੇ? ਉਹਨਾਂ ਤੇ ਕਿਹੜੀ ਧਾਰਾ ਲਾਓਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਬਾਅਦ ਜਾ ਕੇ ਗੱਲ ਕਰਦੇ ਨੇ? ਕੀ ਉਹਨਾਂ ਦੇ ਵਾਸਤੇ ਵੀ ਤੁਹਾਡੇ ਕੋਲ ਸਿੱਖਾਂ ਕੋਲ ਹੈ ਕੋਈ ਮੁੱਦਾ, ਕੋਈ ਹੈ ਸਵਾਲ ਉਹਨਾਂ ਤੇ? ਕੋਈ ਰੋਜ਼ ਬੈਠ ਕੇ, ਅੱਜ ਵੀ ਸਵੇਰੇ
ਇੱਕੋ ਭਾਈ ਸਾਹਿਬ ਜੀ ਕਥਾ ਕਰ ਰਹੇ ਸੀਗੇ, ਕਹਿੰਦੇ ਗੁਰੂ ਗੋਇੰਦਵਾਲ ਤੋਂ ਗੁਰੂ ਅਮਰਦਾਸ ਜੀ ਨੇ ਕੋਈ ਪੰਡਤ ਗਿਆ ਸੀ ਹਰਿਦੁਆਰ, ਉਹਨੂੰ ਇੱਕ ਲੋਟਾ ਦੇ ਦਿੱਤਾ ਵੀ ਪੰਡਤ ਜੀ ਆਉਂਦੇ ਹੋਏ ਲੋਟਾ ਗੰਗਾ ਤੋਂ ਭਰ ਲਿਆਇਓ। ਉਹ ਤੇ ਜਦੋਂ ਉੱਥੇ ਪੰਡਤ ਜੀ ਗਏ ਤਾਂ ਉੱਥੇ ਲੋਟਾ ਗਿਰ ਗਿਆ ਉੱਥੇ ਗੰਗਾ ਦੇ ਵਿੱਚ। ਤੇ ਪੰਡਤ ਜੀ ਨੂੰ ਜਦੋਂ ਆ ਕੇ ਪੁੱਛਿਆ ਵੀ ਪੰਡਤ ਜੀ ਤੁਸੀਂ ਲੋਟਾ ਲੈ ਕੇ ਨਹੀਂ ਆਏ, ਕਿੱਥੇ ਪਾਣੀ ਕਿੱਥੇ ਜਲ? ਉਹ ਕਹਿੰਦੇ ਜੀ ਮੇਰੇ ਤਾਂ ਲੋਟਾ ਹੀ ਗਿਰ ਗਿਆ। ਉਹ ਕਹਿੰਦੇ ਕੋਈ ਗੱਲ ਨਹੀਂ, ਬੌਲੀ 'ਚ ਜਾਓ, ਉੱਥੇ ਬਥੇਰੇ ਲੋਟੇ ਪਏ ਨੇ। ਉਹ ਭਾਈ ਆ ਗੰਗਾ ਦੇ ਲੋਟੇ ਸਾਡੇ ਗੋਇੰਦਵਾਲ ਤੁਰੇ ਫਿਰਦੇ ਨੇ, ਇਹ ਸਾਡਾ ਪ੍ਰਚਾਰ ਹੈ? ਇਹ ਸਾਡਾ ਗੁਰਬਾਣੀ ਦਾ ਸਿਧਾਂਤ ਹੈ? ਇਹ ਕੌਣ ਗੱਲਾਂ ਸੋਚੂਗਾ? ਇਹ ਸਿੱਖਾਂ ਨੇ ਸੋਚਣੀਆਂ ਨੇ ਗੱਲਾਂ। ਜਦੋਂ ਤੱਕ ਇਹ ਸਿੱਖ ਸੋਚ ਕੇ ਨਹੀਂ ਚੱਲਣਗੇ ਉਦੋਂ ਤੱਕ ਸਾਡਾ ਭਲਾ ਨਹੀਂ ਜੇ ਹੋਣਾ, ਉਦੋਂ ਤੱਕ ਭਲਾ ਨਹੀਂ ਹੋਣਾ। ਅੱਜ ਜਿੰਨਾ ਅਸੀਂ ਪਿਛਲੇ ਆਪਣੇ ਪੁਰਖਿਆਂ ਦੀਆਂ ਗੱਲਾਂ ਕਰਦੇ ਹਾਂ, ਇਹ ਵੀ ਬਿਮਾਰੀ ਹੈ। ਜਦੋਂ ਕੋਈ ਗੱਲ ਕੋਈ ਚੱਜ ਦੀ ਕਰਨ ਲੱਗੇ ਨਾ, ਉਦੋਂ ਜ਼ਿਆਦਾ ਸਪੀਕਰ ਛੇੜ ਦਿੱਤਾ ਜਾਂਦਾ ਜਾਂ ਸਪੀਕਰ ਵਿਚਾਰਾ ਆਪੇ ਖਰਾਬ ਹੋ ਜਾਂਦਾ। ਸੋ ਮੈਂ ਆਪਣੀ ਬੇਨਤੀ ਇੱਥੇ ਸਮਾਪਤ ਕਰਦਾ, ਕਿਉਂਕਿ ਸਪੀਕਰ ਛੇੜਤਾ। ਸੈਕਟਰੀ ਸਾਹਿਬ ਵੀ ਖੜੇ ਨੇ, ਗੱਲਾਂ ਬਹੁਤ ਕਰਨ ਵਾਲੀਆਂ ਸੀਗੀਆਂ, ਪਰ ਸਿੱਖੋ ਅਖੀਰ ਦੇ ਵਿੱਚ ਮੈਂ ਫਿਰ ਤੁਹਾਨੂੰ ਇਹੀ ਆਵਾਜ਼ ਮਾਰਦਾ, ਯਾਰ ਉਹ ਸਾਰਾ ਕੁਝ ਸੈੱਟ ਹੋ ਜਾਊਗਾ, ਸਾਰਾ ਕੁਝ ਸੈੱਟ ਹੋ ਜਾਊਗਾ। ਤੁਸੀਂ ਸਾਰੇ ਇੱਕ ਮਿੰਟ ਹੋਰ, ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਮੂਹਰੇ ਖੜਾ ਕਰਨ ਲੱਗਿਆ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਜਿਹੜੇ ਇਹਨੂੰ ਮੰਨਦੇ ਨੇ ਉਹ ਹੱਥ ਖੜੇ ਕਰਿਓ ਜੀ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਜੇ ਕੈਮਰਾ ਘੁਮਾ ਦਿਓ ਵੀਰ ਜੀ ਇੱਕ ਵਾਰੀ। ਇੱਕ ਮਿੰਟ ਪਲੀਜ਼ ਜੀ, ਪਲੀਜ਼। ਮੈਂ ਸੌਰੀ, ਮੈਂ ਮਾਫੀ ਮੰਗਦਾ ਤੇ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਤੁਸੀਂ ਮੇਰੇ ਮੂਰਖ ਦੀਆਂ ਗੱਲਾਂ ਜਿਹੜੀਆਂ ਅਸੀਂ 2-4 ਸੁਣੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਆਇਆ ਘਰਾਂ ਤੋਂ। ਸਾਨੂੰ ਉਸ ਦਿਨ ਆਉਣਾ ਚਾਹੀਦਾ ਸੀ ਜਿਸ ਦਿਨ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਇੱਕ ਰਾਗੀ ਸਿੰਘ ਨੂੰ ਕਹਿ ਰਿਹਾ ਸੀ ਕਿ ਤੂੰ ਚੂੜੇ ਚਮਾਰਾਂ ਦੀ ਬਾਣੀ ਨਹੀਂ ਪੜ੍ਹਨੀ, ਕਦੀ ਜੱਟਾਂ ਦੀ ਪੜ੍ਹਿਆ ਕਰ। ਸਾਡੇ ਉਸ ਤੋਂ ਬਾਅਦ ਪੰਥ ਇਦੋਂ ਵੱਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀ ਹੋ ਸਕਦੀ ਸੀ? ਦਰਬਾਰ ਸਾਹਿਬ ਦੀ ਬੇਅਦਬੀ ਕਿਹੜੀ ਹੋ ਸਕਦੀ ਸੀ? ਅਸੀਂ ਉਹ ਬੇਅਦਬੀ ਦਾ ਅਹਿਸਾਸ ਅਨੁਭਵ ਨਹੀਂ ਕੀਤਾ। ਉਹ ਇਹ ਭਾਈ ਸਾਹਿਬ ਨੇ ਜਿਹੜੀ ਗੱਲਾਂ ਕੀਤੀਆਂ ਇਹ ਉੱਧਰ ਹੀ ਜਾਂਦੀਆਂ ਗੱਲਾਂ ਨੇ। ਇਹਦੇ ਕਰਕੇ ਸਾਡਾ ਜਿਹੜਾ ਇੱਕ ਭਾਈਚਾਰਾ ਹੈ ਉਹ ਈਸਾਈ ਮੱਤ ਵੱਲ ਜਿਹੜਾ ਸਾਡੇ ਵਾਰ-ਵਾਰ ਜ਼ਿਕਰ ਕੀਤਾ ਜਾਂਦਾ ਉੱਧਰ ਨੂੰ ਵਗ ਰਿਹਾ ਆ। ਉਹ ਸਿਰਫ ਲਾਲਚ ਕਰਕੇ ਨਹੀਂ ਜਾ ਰਿਹਾ। ਅਸੀਂ ਅੱਧਾ ਝੂਠ ਬੋਲਦੇ ਆ ਕਿ ਉਹ ਲਾਲਚ ਕਰਕੇ ਜਾ ਰਿਹਾ। ਅਸੀਂ ਜਿਹੜਾ ਮਾਨ ਸਨਮਾਨ ਦੇਣਾ ਸੀਗਾ ਉਹਨਾਂ ਨੂੰ, ਉਹ ਦੇਣ ਵਿੱਚ ਫੇਲ ਹੋਏ ਆ, ਇਸ ਕਰਕੇ ਵੀ ਜਾ ਰਿਹਾ। ਜਿਹੜੀ ਗਲਵੱਕੜੀ ਪੰਥ ਨੂੰ ਉਹ ਪਾਉਣੀ ਚਾਹੀਦੀ ਸੀ, ਉਹ ਅਸੀਂ ਪਾਉਣ ਵਿੱਚ ਕਿਤੇ ਦੇਰੀ ਕੀਤੀ ਹੈ। ਉੱਧਰ ਅਸੀਂ ਤੁਹਾਡਾ ਧਿਆਨ ਨਹੀਂ ਗਿਆ। ਉਹ ਸਾਨੂੰ ਵੀ ਆਪਣੇ ਆਪ ਦਾ ਸਵੈ ਪੜਚੋਲ ਸਵੈ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਸੋ ਮੈਂ ਲਾਸਟ ਵਿੱਚ ਇਸ ਕਾਲਜ ਦੇ ਵਾਈਸ ਪ੍ਰਿੰਸੀਪਲ ਸਾਹਿਬ ਬਾਹਰ ਗਏ ਹੋਏ ਨੇ ਵਿਦੇਸ਼, ਇਸ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵਾਈਸ ਪ੍ਰਿੰਸੀਪਲ ਸਰਦਾਰ ਸੁਖਵਿੰਦਰ ਸਿੰਘ ਦਦੇਹੇਰ ਨੂੰ ਬੇਨਤੀ ਕਰਦਾ ਉਹ ਆਉਣ, ਅਤੇ ਉਹਨਾਂ ਤੋਂ ਬਾਅਦ ਅਸੀਂ ਫਿਰ ਜਿਹੜੇ ਆ ਇਸ ਪ੍ਰੋਗਰਾਮ ਦੀ ਸਮਾਪਤੀ ਵਾਲੇ ਪਾਸੇ ਆਉਣਾ ਹੈਗੀ। ਸੋ ਮੈਂ ਉਹ ਆਏ ਨਹੀਂ ਭਾਈ ਸਾਹਿਬ, ਮੈਂ ਹੁਣ ਜਸਵਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਜਿਹੜੇ ਆ ਅੱਜ ਦੇ ਪ੍ਰੋਗਰਾਮ ਦਾ ਸਾਰ ਅੰਸ਼ ਪੇਸ਼ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਫਤਿਹ ਦੀ ਇੱਕ ਵਾਰ ਦੁਬਾਰਾ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਤੁਸੀਂ ਬਹੁਤ ਚੰਗੇ ਹੋ ਸਾਰੇ ਜਣੇ, ਬੜਾ ਮਨ ਕਰਕੇ ਤੁਸੀਂ ਗੱਲਾਂ ਕੀਤੀਆਂ ਨੇ, ਤੇ ਜੋ ਤੁਸੀਂ ਸੁਝਾਅ ਦੇ ਸਕਦੇ ਸੀ, ਜੋ ਤੁਸੀਂ ਕਹਿ ਸਕਦੇ ਸੀ, ਉਹ ਤੁਸੀਂ ਕਿਹਾ। ਇਹ ਇੱਥੋਂ ਦੀ, ਜੇ ਮੈਂ ਕਹਾਂ ਕਿ ਪੰਥਕ ਤਾਲਮੇਲ ਸੰਗਠਨ ਦੀ ਸਟੇਜ ਦੀ ਇਹ ਪਰੰਪਰਾ ਹੈ ਕਿ ਵਿਚਾਰਾਂ ਦੀ ਖੁੱਲ੍ਹ ਹੈ ਕਿ ਅਸੀਂ ਆਪਣੀ ਗੱਲ ਕਹੀਏ। ਰਜਤ ਸਿੰਘ ਜਦੋਂ ਬੋਲ ਰਹੇ ਸੀ ਤਾਂ ਮੈਂ ਭਾਵੁਕ ਸੀ, ਕਿਉਂਕਿ ਰਜਤ ਸਿੰਘ ਦੀਆਂ ਗੱਲਾਂ 'ਚੋਂ ਸਾਡੇ ਪਿਆਰੇ ਵੀਰ ਮਾਸਟਰ ਹਰਬੰਸ ਸਿੰਘ ਜੀ ਦੀਆਂ ਜਿਹੜੀ ਆ ਉਹ ਝਲਕ ਪੈ ਰਹੀ ਸੀ, ਅਤੇ ਉਹਨਾਂ ਦੀ ਯਾਦ ਆ ਗਈ, ਅਤੇ ਅੱਜ ਕਮੀ ਵੀ ਉਹਨਾਂ ਦੀ ਮਹਿਸੂਸ ਹੋ ਰਹੀ ਹੈ। ਮੈਂ ਇਹ ਗੱਲ ਐਡਮਿਟ ਕਰਨਾ ਚਾਹੁੰਦਾ ਇੱਥੇ, ਕਿਉਂਕਿ ਅਸੀਂ ਸਾਰੇ ਰਲ ਕੇ ਇੱਕ ਟੀਮ ਸੀ ਅਤੇ ਪੂਰਕ ਸੀਗੇ। ਅਸੀਂ ਇਕੱਲੇ ਕਿਸੇ ਜੋਗੇ ਵੀ ਨਹੀਂ ਹਾਂ। ਅਸੀਂ ਜਦੋਂ ਇਹ ਏਜੰਡਾ ਜਿਹੜਾ ਬਣਿਆ ਨਾ, ਇਹ ਏਜੰਡਾ ਓਵਰਨਾਈਟ ਸਾਹਮਣੇ ਨਹੀਂ ਆਇਆ।
कि जी कल सोचा तो अज एजेंडा सवेरे सामने 4 पेज लिखे तो सामने आ गया। ये एजेंडा पिछले लंबे समय की वर्किंग तो लोड़ां चों निकल के सामने आया तो ये जिन्नी एक्सप्लेनेशन देनी सी वो तुहाडे अगे रखी है, तुहाडे चरणों के विच तुसीं प्रवान की, बहुत चंगा लगा। कुछ 2-3 चीज़ां नवीआं आईयां ने जिहड़ियां मैं जिहदे ते आउण तो पहला मैं क्रिश्चियनिटी का मुद्दा, क्योंकि किते ये भावना लैके ना जाओ असी गल सिर्फ तो सिर्फ उस जड़ा एक्ट है उहदे ते कीती है कि वो एक्ट की लोड़ नहीं है कि जड़ा एंटी कन्वर्शन लॉ है। असी ये किते नहीं कहा कि तुहानू काम करन दी लोड़ नहीं है। ये दो गल्लां नूं वखरे करके वेखिओ। तुसी अपना घर का किला मजबूत करना है, अपने बच्चों तक सिक्खी किवें पहुँचानी है, गल सरदार परमजीत सिंह जी ने भी की ते गौरवदीप सिंह जी ने भी की कि वाकई बड़ी इंपॉर्टेंट गल है। अपने घर वाल भी झाती मारनी है कि साडा परिवार सिर्फ गुरमत नहीं, गुरमत के नाल नाल जिहड़ा काम असी कर रहे हैं, जिथे विरासत च उन्होंने अपनी कोठी जदाद कारां दे के जानियां, उत्थे विरासत च तुसी ये काम अगे तोरते रहो। ये भी दे के जाना है कि नहीं दे के जाना, ये भी उन्हों की ग्रूमिंग तुसी कर रहे हो कि नहीं कर रहे। दिस इज़ वेरी इंपॉर्टेंट। ये पक्ष इन्हां सारियां गल्लां दे विच जदों असीं अपने हीरोज़ की गल करते हैं, गौरवदीप सिंह जी असी 13 अप्रैल को सिख दस्तार दिवस करते हैं हर साल, तो इस साल उसका थीम ये सी कि सानू अपने सिखां ते माण है। तो असी 100 परसनैलिटीज़ को आइडेंटिफाई करके उन्होंने बकायदा पोस्टर ते बैच बनवाए सीगे, जिहड़ा तकरीबन 700-800 की पार्टिसिपेशन सीगी। मेरे साथी अमृतसर तो नाल बैठे ने ते वो सारिਆਂ ने वो बैच लाए सी ते हाथ चो पोस्टर फड़े सी ते असी शाम सिंह अटारी दे बुੱਤ तो चल के महाराजा रणजीत सिंह दे बुੱਤ कोल आके समाप्त किया सी। अमृतसर के अंदर बड़ी वधिया एक गल है, मैं आप हैरान सी कि अकाली फूला सिंह का भी बुरज लगा, बुੱਤ लगा, हरि सिंह नलूए का भी लगा, जस्सा सिंह रामगढ़िया का भी लगा, शाम सिंह अटारी का भी लगा, पर उहदे थल्ले बह के पिकनिक मनाउण दी साडे परिवारां नूं जाच नहीं आई। वो जड़ा है साडे वीर हरप्रीत सिंह सरबजीत सिंह बैठे, इन्होंने जाके ये ईवेंट ऑर्गेनाइज कर रहे हैं। असीं उन्हां बुੱਤਾਂ थल्ले बह के परिवारां नूं इकट्ठे कर रहे हैं भी इत्थे बह के दिन की रोटी लै वो इकट्ठे खावांगे। वो घट्टो घट्ट बच्चे सवाल तो पुछणगे भी ये कौन ने, तो उन्होंने जवाब जड़ा मिल जाएगा। असी सिख इकनॉमिक्स जोड़ा जी ने गल की, ये मुद्दा मैं वीर परमजीत सिंह जी को कहांगा कि इहदा असी की कर सकते हैं। असी एक सिख एंटरप्रेन्योरशिप प्रोग्राम चलाउण दी गल की सी, तुसी भी अपने पद्धर ते कर रहे हो। असी सुनील सिंह कोहली होरां नूं जिहड़े जिन्हां ने सस्ता टैबलेट आज़ाद किया सी, उन्हां नूं अगे ला के वो प्रोग्राम उलीकिया सी। संसार भर चों जिहड़े एंटरप्रेन्योर्स ने उन्हां नूं नाल लैके वो हुंदा यही है कि उहदे च एक रूह जरूर इहो जी चाहिदी हुंदी जिहड़ी उहनूं धक्का ला के तोरी रखे, फिर बाकी सारे जने जुड़ जाते होंदे आ। ये नहीं है कि उन्हां दे मन च दर्द नहीं है, पर शायद कई बारी नॉक करना पैंदा तो समा उन्हां कोलों कढवाना पैंदा। इस करके मैं उन्होंने भी बरी करदा तो जिम्मेवारी अपनी उस टीम चो जिहड़े असीं बच्चे भी चलाए सी उन्हां दी लाना कि उन्हां कोलों किते कमी रह गई होएगी कि, पर फिर भी सिख इकनॉमिक्स के उत्ते असीं की कर सकते हैं। जिवें मुस्लिम्स दे बैंक ने अपने सिखां ने भी शुरू किए पर वो नैशनलाइज हो गए, होर की हो सकता है। इहदे ते सानू जिहड़ी है अपनी विਉਂਤ घड़ लैनी माड़ी गल नहीं हैगी। सेंट्रल ऑफिस की गल हुई तो उहदे नाल फंड्स की गल हुई। ये बॉल मैं तुहाडे सारिਆਂ दे कोर्ट च सुट्टांगा कि तुहानू लगदा है कि फंड देने चाहिए ने तो प्लीज़ कृपा करियो जरूर देना, साड़ी लोड़ जे। असी रोज़ बहुत सारे पैसे कोलों खर्चते हैं, वो सिंह साहब जी के पद्धर ते ने, मेरे पद्धर ते ने, प्रभशरण वीर जी नूं धक्का धुक्का ला लीदा, ये भी दे देंदे ने, राणा वीर जी तो नहीं देंदे, ये सूम ने। बाकी असी इसे करके प्रभशरण वीर जी नूं फड़ लीदा, सलोचन वीर जी नूं फड़ लीदा। पर सच करके जाणिओ दफ्तर नूं समूथली रन करन दे लई सानू वाकई एक टीम की लोड़ है, जिहड़ी पेड टीम होवे, जिहड़ी काम करे उत्थे बह के। ये जिहड़ी है बड़ी लोड़ है, इहदे ते जरूर तुसीं सारे जणे ध्यान दिओ। दो गल्लां बड़ियां बार बार विचों खंडा जी ने ते कह दिता भी
ਅਸੀਂ ਮਤਲਬ ਬੜਾ ਵੈਸੇ ਤਾਂ ਬੜੇ ਚੜ੍ਹਦੀ ਕਲਾ ਵਾਲੇ ਨੇ, ਅੱਜ ਪਤਾ ਨਹੀਂ ਕਿਉਂ ਗੁੱਸੇ 'ਚ ਸੀਗੇ ਵੀ ਰਾਤੀ ਜ਼ਬਰਦਸਤੀ ਕੀਤੀ ਇਹਨਾਂ ਨਾਲ ਵੀ ਤੁਸੀਂ ਆਉਣਾ ਜ਼ਰੂਰ ਹੈ ਸਵੇਰੇ, ਤਾਂ ਅੱਜ ਸਾਰਾ ਕੁਝ ਇੱਦਾਂ ਦਾ ਕਰ ਗਏ। ਪਰ ਮੈਨੂੰ ਇੱਦਾਂ ਲੱਗਦਾ ਹੈ ਕਿ ਦੋ ਤਰ੍ਹਾਂ ਦੀਆਂ ਲੋਕ ਨੇ, ਇੱਕ ਤਾਂ ਲਾਈਕ ਮਾਈਂਡਡ ਜਿਹੜੇ ਬਾਹਰ ਰਹਿ ਗਏ, ਇੱਕ ਉਹ ਜਿਹੜੇ ਸ਼੍ਰੋਮਣੀ ਕਮੇਟੀ ਲਈ ਲੜਾਈ ਲੜ ਰਹੇ ਨੇ। ਹੁਣ ਉਹ ਲਾਈਕ ਮਾਈਂਡਡ ਹੈਗੇ ਨੇ ਕਿ ਨਹੀਂ ਹੈਗੇ, ਇਹਦੇ ਤੇ ਵੀ ਇੱਕ ਆਪਣੇ ਆਪ 'ਚ ਜਿਹੜੀ ਹੈ ਉਹ ਚਰਚਾ ਦੀ ਲੋੜ ਹੈ, ਕਿਉਂਕਿ ਅਸੀਂ ਜਦੋਂ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਤੁਰਦੇ ਹਾਂ ਤੇ ਫਿਰ ਪੰਥਕ ਤਾਲਮੇਲ ਸੰਗਠਨ ਆਪਣੇ ਆਪ 'ਚ ਇਕੱਲਾ ਹੀ ਮੈਦਾਨ 'ਚ ਰਹਿ ਜਾਂਦਾ। ਹੁਣ ਇਹ ਨਿਰਣਾ ਤੁਸੀਂ ਸਿਆਸੀ ਤੌਰ ਤੇ ਲੈਣਾ ਹੈ ਕਿ ਧਾਰਮਿਕ ਤੌਰ ਤੇ ਲੈਣਾ ਹੈ, ਕਿ ਸਿਆਸੀ ਤੌਰ ਤੇ ਲੈ ਕੇ ਧਰਮ ਲਾਗੂ ਹੋ ਸਕਦਾ ਹੈ ਕਿ ਧਾਰਮਿਕ ਤੌਰ ਤੇ ਲੈ ਕੇ ਹੀ ਅਸੀਂ ਸਿਆਸਤ ਦੇ ਉੱਤੇ ਚੜ੍ਹਨਾ ਹੈ। ਇਹ ਗੱਲ ਵੀ ਸਾਨੂੰ ਸਾਰਿਆਂ ਨੂੰ ਆਪਸੀ ਉਹਦੇ ਵਿਚਾਰ ਦੇ ਨਾਲ ਕਰਨੀ ਪੈਣੀ ਹੈ। ਮੈਂ ਬੇਨਤੀ ਕਰਾਂਗਾ, 2-3 ਬੰਦੇ ਸਰ ਕਿਰਪਾਲ ਸਿੰਘ ਜੀ ਨੇ ਪਿਛਲੇ ਦਿਨਾਂ 'ਚ ਸੁਜੈਸ਼ਨਸ ਦਿੱਤੀਆਂ ਸੀਗੀਆਂ, ਖੰਡਾ ਜੀ ਬੈਠੇ ਨੇ, ਹੋਰ ਇੱਕ ਅੱਧਾ ਵੀਰ ਕੋਈ ਨਾਲ ਰਲ ਜਾਵੇ, 3 ਮੈਂਬਰਾਂ ਦੀ ਅਸੀਂ ਕਮੇਟੀ ਬਣਾ ਦਿੰਦੇ ਹਾਂ ਕਿ ਜਿਹਦੇ ਨਾਲ ਵੀ ਤੁਸੀਂ ਚਾਹੋ ਤੁਸੀਂ ਰਾਬਤਾ ਕਰੋ ਤੇ ਅਸੀਂ ਪੈਰੋਨੰਗੀ ਉਹਨਾਂ ਵੱਲ ਜਾਣ ਨੂੰ ਤਿਆਰ ਹਾਂ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਰਹਿਤ ਮਰਿਆਦਾ ਦੀ ਸੁਪਰਮੇਸੀ ਉਹ ਲੋਕ ਮੰਨਦੇ ਹੋਣ, ਤੇ ਅਸੀਂ ਨੱਕ ਰਗੜਨ ਨੂੰ ਵੀ ਤਿਆਰ ਹਾਂ ਕਿ ਤੁਸੀਂ ਅੱਗੇ ਲੱਗੋ, ਅਸੀਂ ਪਿੱਛੇ ਲੱਗ ਕੇ ਤੁਹਾਡਾ ਕੰਮ ਕਰ ਲਾਂਗੇ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਇੱਥੇ ਕੁਝ ਪ੍ਰਾਪਤ ਕਰਨ ਲਈ ਇਹ ਲੜਾਈ ਨਹੀਂ ਲੜ ਰਹੇ, ਅਸੀਂ ਛੱਡ ਕੇ ਆਏ ਹਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਕਿਉਂਕਿ ਇਹ ਲੜਾਈ ਹੁਣ ਪੰਥ ਦੀ ਹੈ। ਇਹਦੇ ਲਈ ਤੁਹਾਡੀ ਸਾਰਿਆਂ ਦੀ ਸਾਨੂੰ ਲੋੜ ਹੋਏਗੀ। ਪ੍ਰਵਾਨਗੀ ਦਿਓ ਬਠਿੰਡਾ ਜੀ ਤੇ ਖੰਡਾ ਜੀ, ਤੁਸੀਂ ਆਪਸ 'ਚ ਗੱਲ ਕਰਕੇ ਸਾਥੀ ਇੱਕ ਅੱਧਾ ਹੋਰ ਕੋਈ ਨਾਲ ਲੈ ਲਓ ਤੇ ਆਇਡੈਂਟੀਫਾਈ ਕਰਕੇ ਦੱਸੋ। ਭੈਣ ਜੀ ਨੇ ਗੱਲ ਕੀਤੀ ਵੈਲਕਮ ਸਪੇਸ ਦੀ, ਗੌਰਵਦੀਪ ਸਿੰਘ ਜੀ ਨੇ ਗੱਲ ਕੀਤੀ ਵੈਲਕਮ ਸਪੇਸ ਦੀ। ਭੈਣ ਜੀ ਮੈਨੂੰ ਨਹੀਂ ਪਤਾ ਤੁਸੀਂ ਕਿਉਂ ਬੜਾ ਗੁੱਸੇ 'ਚ ਇਹ ਕਹਿ ਕੇ ਗਏ ਕਿ ਤੁਸੀਂ ਗਰੁੱਪ ਕੋਈ ਕਿਹੜਾ ਗਰੁੱਪ ਲੈਫਟ ਕੀਤਾ, ਪਲੀਜ਼ ਦੱਸ ਦਿਓ ਮੈਨੂੰ, ਜਾਂ ਲੈ ਗਿਆ ਤੇ ਮੈਂ ਮਾਫੀ ਮੰਗ ਲੈਂਦਾ ਜੀ ਜੇ ਮੇਰੇ ਪਾਰਟ ਤੇ ਕੋਈ ਕੁਤਾਹੀ ਹੈ, ਤੇ ਜੇ ਸਾਡੀ ਟੀਮ 'ਚੋਂ ਵੀ ਕਿਸੇ ਪਾਰਟ ਦੇ ਉੱਤੇ ਕੁਤਾਹੀ ਹੈ ਮੈਂ ਫਿਰ ਵੀ ਮਾਫੀ ਮੰਗ ਲੈਂਦਾ, ਹੈ ਨਾ। ਇੰਨਾ ਗੁੱਸਾ ਤੁਸੀਂ ਮੇਰੇ ਨਾਲ ਇਕੱਲੇ ਬਹਿ ਕੇ ਕਰ ਲੈਂਦੇ ਤੇ ਮੈਂ ਤੁਹਾਨੂੰ ਹਸਾ ਕੇ ਤੁਹਾਡਾ ਗੁੱਸਾ ਖਤਮ ਕਰ ਦੇਣਾ ਸੀ, ਪਰ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਬਖਸ਼ੇ। ਤੁਸੀਂ ਸਾਰੀਆਂ ਧੀਆਂ ਭੈਣਾਂ ਨੂੰ ਨਾਲ ਲੈ ਕੇ, ਮਨਜਿੰਦਰ ਕੌਰ ਭੈਣ ਜੀ ਵਰਗੀ ਸਾਡੀ ਵੱਡੀ ਭੈਣ ਜਿਹੜੇ ਸਾਡੇ ਕੰਨ ਖਿੱਚਦੇ ਰਹਿੰਦੇ ਨੇ, ਇਹਨਾਂ ਨੂੰ ਨਾਲ ਲਾ ਕੇ ਅੱਗੇ ਲਾ ਕੇ, ਕਿਉਂਕਿ ਉਹਦੇ 'ਚ ਸਿੱਖੀ ਸਪਿਰਿਟ ਵੀ ਰਵੇ। ਉਹ ਅਸੀਂ ਇਹ ਕਾਰਜ ਜਿਹੜੇ ਆ, ਤੁਸੀਂ ਆਓ ਇਕੱਠੇ ਹੋ ਕੇ, ਇਹ ਸਾਰਾ ਕੁਝ ਤੁਹਾਨੂੰ ਸੌਂਪਿਆ। ਅਸੀਂ ਸਾਹਮਣੇ ਦਰਸ਼ਕ ਗੈਲਰੀ 'ਚ ਬਹਿ ਕੇ ਸਾਰਾ ਕਾਰਜ ਕਰਾਂਗੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਤਾਂ ਲੱਭ ਰਹੇ ਹਾਂ, ਅਸੀਂ ਇਹ ਕਿਤੇ ਨਹੀਂ ਕਹਿ ਰਹੇ ਕਿ ਅਸੀਂ ਹੀ ਸਮਰੱਥ ਹਾਂ, ਅਸੀਂ ਸਮਰੱਥ ਨਹੀਂ ਹਾਂ। ਅਸੀਂ ਜੇ ਸਮਰੱਥ ਹੁੰਦੇ ਤੇ ਫਿਰ ਅਸੀਂ ਇਕੱਲੇ ਹੀ ਕਰ ਲੈਂਦੇ। ਪਿਛਲੇ ਦਿਨਾਂ ਤੋਂ ਤੁਹਾਨੂੰ ਸਾਰਿਆਂ ਨੂੰ ਚਿੱਠੀਆਂ ਪਾ ਰਹੇ ਹਾਂ, ਫੋਨ ਕਰ ਰਹੇ ਹਾਂ, ਤੁਹਾਨੂੰ ਸਾਰਿਆਂ ਨੂੰ ਆਵਾਜ਼ਾਂ ਲਾ ਰਹੇ ਹਾਂ, ਆਇਓ ਜ਼ਰੂਰ, ਪਹੁੰਚਿਓ ਜ਼ਰੂਰ, ਵਾਸਤੇ ਪਾ ਰਹੇ ਹਾਂ, ਤੁਹਾਨੂੰ ਇੱਕ ਵਾਰੀ ਕਹਿ ਰਹੇ ਹਾਂ ਕਿ ਸਾਡੇ 'ਤੇ ਭਰੋਸਾ ਪ੍ਰਗਟ ਕਰ ਲਓ, ਇੱਕ ਵਾਰੀ ਇਕੱਠੇ ਹੋ ਜਾਓ। ਇਹਦਾ ਮਤਲਬ ਹੈ ਕਿ ਸਾਨੂੰ ਤੁਹਾਡੀ ਸਾਰਿਆਂ 'ਤੇ ਮਾਣ ਹੈ ਤੇ ਜਮਾਤ ਕਰਾਮਾਤ ਹੈ। ਇਹ ਗੱਲ ਅਸੀਂ ਸਮਝਦੇ ਹਾਂ, ਸੰਗਤੀ ਰੂਪ 'ਚ ਹੀ ਅੱਗੇ ਵਧਿਆ ਜਾ ਸਕਦਾ ਹੈ, ਜਿਹੜੀ ਗੱਲ ਰਜਤ ਸਿੰਘ ਜੀ ਕਰਕੇ ਗਏ। ਤੇ ਅਸੀਂ ਸੰਗਤੀ ਰੂਪ 'ਚ ਅੱਗੇ ਵਧਣਾ ਚਾਹੁੰਦੇ ਹਾਂ, ਕਲੈਕਟਿਵ ਡਿਸੀਜ਼ਨਸ ਦੇ ਨਾਲ, ਕਲੈਕਟਿਵ ਰਿਪਰੈਜ਼ੈਂਟੇਸ਼ਨ ਦੇ ਨਾਲ ਤੇ ਕਲੈਕਟਿਵ ਮੂਵਮੈਂਟ ਦੇ ਨਾਲ। ਇਹਦੇ ਲਈ ਤੁਹਾਡੇ ਸਾਰਿਆਂ ਦਾ ਸਹਿਯੋਗ ਜਿਹੜਾ ਹੈ ਉਹ ਸਾਨੂੰ ਲੋੜੀਂਦਾ ਹੈ। ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਪਰਮੇਸੀ ਦੇ ਮੁੱਦੇ ਤੇ ਕੋਈ ਕੰਪਰੋਮਾਈਜ਼ ਨਹੀਂ ਹੈ। ਵੀਰ ਖੁਸ਼ਹਾਲ ਸਿੰਘ ਦੀ ਗੱਲ ਬਿਲਕੁਲ ਦਰੁਸਤ ਹੈ। ਇੱਕ ਰਹਿ ਜਾਈਏ ਕਿ 1000 ਹੋ ਜਾਈਏ, ਸੜਕ ਤੇ ਰੋਲਾ ਪਾਵਾਂਗੇ ਜਾਂ ਅੰਦਰ ਪ੍ਰਬੰਧ ਕਰਾਂਗੇ, ਪਰ ਅਸੀਂ ਇਹ ਮੁੱਦੇ ਨਹੀਂ ਛੱਡਾਂਗੇ। ਦਿਸ ਇਜ਼ ਵੈਰੀ ਇੰਪੋਰਟੈਂਟ, ਹੈ ਨਾ। ਇਹ ਸਾਡੀ ਸਾਰਿਆਂ ਦੀ ਜਿਹੜੀ ਹੈ ਉਹ ਸਮਝ 'ਚ ਗੱਲ ਹੋਣੀ ਚਾਹੀਦੀ ਹੈ। ਇਸ ਸਮਝ 'ਚੋਂ ਜੇ ਕੋਈ ਚੀਜ਼ ਹੋਰ ਰੂਪ 'ਚ ਦੀ ਹੈ ਤੇ ਉਹ ਸਿਰ ਮੱਥੇ ਹੈ, ਅਸੀਂ ਉਹਨੂੰ ਨਾਲ ਲੈ ਕੇ ਜਿਹੜੀ ਹੈ ਇਹ ਚੱਲਾਂਗੇ। ਹੋਮਵਰਕ ਦੀ ਗੱਲ ਵੀਰ ਮਨਦੀਪ ਸਿੰਘ ਨੇ ਕੀਤੀ ਸੀ, ਇਹ ਵਾਕਈ ਗੱਲ ਠੀਕ ਹੈ। ਹੁਣ 2 ਬੇਨਤੀਆਂ, ਇੱਕ ਤਾਂ ਇਹ ਹੈ ਕਿ ਜਿਹੜੇ ਜ਼ਿਲ੍ਹੇ ਤਹਿਸੀਲ 'ਚੋਂ ਆਏ ਹੋ, ਇੱਕ ਪ੍ਰੋਗਰਾਮ ਇੱਦਾਂ ਦਾ 200-300 ਗੈਦਰਿੰਗ ਵਾਲਾ, 400 ਗੈਦਰਿੰਗ, ਜਿੰਨੀ ਤੁਸੀਂ ਆਪਣੀ ਸਮਰੱਥਾ ਮੁਤਾਬਕ ਕਰ ਸਕਦੇ ਹੋ, ਪ੍ਰੋਗਰਾਮ ਰੱਖੋ। ਅਸੀਂ 23 ਜ਼ਿਲ੍ਹਿਆਂ ਨੂੰ ਜਿਹੜਾ ਹੈ ਉਹ ਟੱਚ ਕਰਨਾ ਚਾਹੁੰਦੇ ਹਾਂ, ਤਾਂ ਕਿ ਉੱਥੇ ਉਸ ਤੋਂ ਬਾਅਦ ਥੱਲੇ ਤਹਿਸੀਲ ਤੇ ਬਲਾਕ ਪੱਧਰ ਦੇ ਪ੍ਰੋਗਰਾਮ ਉੱਥੇ ਤੁਸੀਂ ਉਲੀਕੋਗੇ। ਤੁਸੀਂ ਕੋਸ਼ਿਸ਼ ਕਰਿਓ ਕਿ ਆਪਣੇ ਜ਼ਿਲ੍ਹੇ ਦੀ ਸਾਰੀ ਰਿਪਰੈਜ਼ੈਂਟੇਸ਼ਨ ਉੱਥੇ ਜਿਹੜੀ ਆ ਉਹ ਇਕੱਠੀ ਹੋਵੇ, ਉਹਨਾਂ ਨੂੰ ਅਸੀਂ ਆਪਣਾ ਏਜੰਡਾ ਤੇ ਆਪਣਾ ਪਲਾਨ ਦੱਸ ਸਕੀਏ।
ਵੀਰ ਕਿਰਪਾਲ ਸਿੰਘ ਜੀ ਨੇ ਕਿਹਾ ਕਿ ਇਹਨੂੰ 2 ਹਿੱਸਿਆਂ 'ਚ ਵੰਡ ਲਓ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਇਹਦੇ 'ਚ ਕੁਝ ਕੰਮ ਅਸੀਂ ਕਰਨੇ ਨੇ, ਕੁਝ ਅਸੀਂ ਸਰਕਾਰ ਤੋਂ ਕਰਾਣੇ ਨੇ, ਪਰ ਟੋਟਲ ਜ਼ਿੰਮੇਵਾਰੀ ਸਾਡੀ ਹੋਈ ਹੈ ਜੀ ਕਿ ਸਾਨੂੰ ਉਹ ਮੂਵ ਕਰਨੇ ਪੈਣੇ ਨੇ। ਕੁਝ ਚੀਜ਼ਾਂ ਸਾਨੂੰ ਚਿੱਠੀ 'ਚ ਦੇਣੀਆਂ ਪੈਣੀਆਂ, ਕੁਝਾਂ ਲਈ ਸਾਨੂੰ ਇਕੱਠੇ ਹੋ ਕੇ ਦਰਵਾਜ਼ੇ ਆਪਣੇ ਹਲਕਿਆਂ ਦੇ MLAs ਦੇ, ਕਿਉਂਕਿ ਅਸੀਂ ਸਾਰੀਆਂ ਚਿੱਠੀਆਂ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਭੇਜਾਂਗੇ। ਤੁਸੀਂ ਆਪਣੇ ਆਪਣੇ ਲੈਟਰ ਪੈਡਾਂ 'ਤੇ ਉਹਨੂੰ ਛਾਪ ਕੇ ਉਹਨੂੰ ਨਾਲ ਲਾ ਕੇ ਜਾਂ ਥੱਲੇ ਆਪਣੀਆਂ ਮੋਹਰਾਂ ਲਾ ਕੇ ਆਪਣੇ ਹਲਕੇ ਦੇ MLA ਨੂੰ ਵੀ ਦੇਣਾ। ਇਹ ਇੱਕ ਹੋਮਵਰਕ ਹੈ। ਪਹਿਲਾ ਹੋਮਵਰਕ ਮੈਂ ਬੇਨਤੀ ਕੀਤੀ ਕਿ ਇੱਕ ਪ੍ਰੋਗਰਾਮ ਆਪਣੇ ਇਲਾਕੇ 'ਚ ਇੱਦਾਂ ਦਾ ਉਲੀਕ ਲਓ। ਤੀਜਾ ਪ੍ਰੋਗਰਾਮ ਹੈ ਕਿ ਦਸੰਬਰ ਦਾ ਮਹੀਨਾ, ਕਿਉਂਕਿ ਹੋ ਸਕਦਾ ਕਿ ਅਸੀਂ ਦੁਬਾਰਾ ਇੱਦਾਂ ਇਕੱਠ 'ਚ ਨਾ ਮਿਲੀਏ, ਪਰ ਪ੍ਰੋਗਰਾਮ ਤੁਹਾਨੂੰ ਭੇਜਾਂਗੇ। ਪਰ ਮੈਂ ਕਹਿਣਾ ਚਾਹੁੰਦਾ ਕਿ ਇਹਨੂੰ ਸਮਝ ਲਿਓ, ਦਸੰਬਰ ਦਾ ਮਹੀਨਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਮਹੀਨਾ ਹੈ ਤੇ ਤੁਸੀਂ ਆਪਣੇ ਇਲਾਕਿਆਂ 'ਚ, ਅਸੀਂ ਪਿਛਲੇ ਸਾਲ ਐਕਸਪੈਰੀਮੈਂਟ ਕੀਤਾ, 5000 ਬੂਹਾ ਖੜਕਾਇਆ ਨਵੰਬਰ ਐਂਡ ਤੋਂ ਲੈ ਕੇ ਦਸੰਬਰ ਤੱਕ, ਤੇ ਉਹਦੇ ਰਿਜ਼ਲਟਸ ਮੈਂ ਅੱਜ ਸਾਂਝੇ ਨਹੀਂ ਕਰਦਾ। ਪਰ ਇੱਕ ਗੱਲ, ਜਿਹੜੀ ਗੱਲ ਸਰ ਖੁਸ਼ਹਾਲ ਸਿੰਘ ਜੀ ਨੇ ਕਹੀ ਤੇ ਉਸ ਤੋਂ ਪਹਿਲੇ ਹੋਈ ਸੀ ਕਿ ਜੀ ਲਾਲਚ ਵਸ ਕ੍ਰਿਸਚੈਨਿਟੀ ਆ ਰਹੀ ਹੈ, ਬਿਲਕੁਲ ਗਲਤ ਗੱਲ ਹੈ। 1% ਲਾਲਚ ਦਾ ਰੋਲ ਹੈ, 1%। 99% ਸਾਡੇ 'ਚ ਜਾਤ ਪਾਤ ਦਾ ਰੋਲ ਹੈ। 99% ਇਹ ਗੱਲ ਮੰਨ ਕੇ ਤੁਰਿਓ, ਨਹੀਂ ਤੇ ਬੂਹੇ ਖੜਕਾ ਕੇ ਪਤਾ ਕਰ, ਤੁਹਾਨੂੰ ਪਤਾ ਲੱਗ ਜਾਏਗਾ। ਜਾਂ ਇੱਦਾਂ ਕਰਿਓ, ਚਲੋ ਕਿਸੇ ਪਿੰਡ ਦੀ ਪੱਤੀ ਦੇ ਜਾਂ ਵਿਹੜੇ ਦੇ ਜਿਹੜੇ ਜਿੱਥੇ ਉੱਥੇ ਜਾ ਕੇ ਇੱਕ ਪ੍ਰੋਗਰਾਮ ਰੱਖ ਲਓ ਤੇ ਪਿੰਡ ਦੇ ਬਾਕੀ ਲੋਕਾਂ ਨੂੰ ਕਹੋ ਉੱਥੇ ਆਓ, ਫਿਰ ਦੱਸਿਓ ਕਿੰਨੇ ਕੁ ਬੰਦੇ ਆਉਂਦੇ ਉੱਥੇ। ਇਹ ਪ੍ਰੈਕਟੀਕਲ ਗੱਲਾਂ ਨੇ। 1% ਸਿਰਫ ਲਾਲਚ ਦਾ ਰੋਲ ਹੈ। ਹਾਂ, ਉਹਨਾਂ ਦਾ ਅਡੰਬਰ ਵੱਡਾ ਹੁੰਦਾ ਜਾ ਰਿਹਾ, ਉਹਦੇ ਪਿੱਛੇ ਤੁਹਾਡੀਆਂ ਮਾਨਸਿਕ ਪੀੜਾ ਵੀ ਨੇ, ਤੁਹਾਡੇ ਮੈਂਟਲ ਡਿਸਆਰਡਰਸ ਵੀ ਨੇ। ਅਸੀਂ ਵੀ ਤਾਂ ਬਾਬਿਆਂ ਦੇ ਲਾਈਨਾਂ ਲਾਈਆਂ ਹੋਈਆਂ ਹੈ ਨਾ। ਉਹਦੇ 'ਚੋਂ ਮੈਨੂੰ ਲੱਗਦਾ ਜਦੋਂ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਜੀ ਕੀਰਤਨ ਦਰਬਾਰਾਂ ਦਾ ਰੋਲ, ਮੈਨੂੰ ਅੱਜ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਮੈਂ ਇਸੇ ਖਿਆਲ ਦਾ ਸੀ ਨਗਰ ਕੀਰਤਨ ਦਰਬਾਰਾਂ ਦਾ ਕੋਈ ਰੋਲ ਨਹੀਂ ਹੁੰਦਾ, ਪਰ ਇਹ ਸਿੱਖੀ ਦੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਕੀਰਤਨ ਦਰਬਾਰ 'ਚ ਦੇਣਾ ਕੀ ਹੈ? ਇਹ ਕੰਟੈਂਟ ਤੁਹਾਡੇ ਕੋਲ ਮੌਜੂਦ ਹੈ, ਤਿਆਰ ਹੈ, ਤੇ ਫਿਰ ਤੁਸੀਂ ਕੀਰਤਨ ਦਰਬਾਰ ਨੂੰ ਵੀ ਗੁਰੂ ਦਾ ਦਰਬਾਰ ਤੇ ਗੁਰੂ ਨਾਲ ਜੋੜਨ ਦਾ ਜ਼ਰੀਆ ਬਣਾ ਸਕਦੇ ਹੋ। ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਕੰਟੈਂਟ ਪਰੋਸਣ ਨੂੰ ਕੀ ਹੈ, ਕਿੱਦਾਂ ਦੀ ਆਡੀਅנס ਨੂੰ ਕਿੱਦਾਂ ਦਾ ਕੰਟੈਂਟ ਪਰੋਸਣਾ ਹੈ। ਕਿ ਜੇ ਤੁਸੀਂ ਪਿੰਡ ਦੀ ਸੰਗਤ ਨੂੰ ਜਾ ਕੇ ਉੱਥੇ ਇਹ ਲੜਾਈ ਪਾ ਕੇ ਬਹਿ ਗਏ ਕਿ ਦਸ਼ਮ ਗ੍ਰੰਥ ਕੀ ਹੈ ਤੇ ਇਹਦਾ ਕਿ ਮੀਟ ਖਾਣਾ ਕਿ ਨਹੀਂ ਖਾਣਾ, ਤੇ ਫਿਰ ਉਹਨਾਂ ਨੇ ਬੀਬੀਆਂ ਨੇ ਤੁਹਾਡੀ ਗੱਲ ਨਹੀਂ ਸੁਣਨੀ। ਤੇ ਜੇ ਤੁਸੀਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਤੁਹਾਡੇ ਘਰ 'ਚ ਸਿੱਖੀ ਕਿਵੇਂ ਵਸੇ, ਤੁਹਾਡੇ ਬੱਚੇ ਤੁਹਾਡੀ ਆਗਿਆ ਕਿਵੇਂ ਮੰਨਣ, ਤੇ ਫਿਰ ਉਹਦੇ 'ਚੋਂ ਤੁਸੀਂ ਗੁਰਬਾਣੀ ਦੇ ਨਾਲ ਉਹਨਾਂ ਨਾਲ ਗੱਲ ਕਰੋਗੇ ਤੇ ਉਹ ਤੁਹਾਡੀ ਗੱਲ ਮੰਨ ਲੈਣਗੇ। ਜਿਹੜੀ ਗੱਲ ਵਿਦਵਾਨਾਂ ਦੇ ਵਿੱਚ ਬਹਿ ਕੇ ਕਰਨ ਵਾਲੀ ਉਹ ਵਿਦਵਾਨਾਂ 'ਚ ਕਰੋ, ਜਿਹੜੀ ਗੱਲ ਮੈਦਾਨ 'ਚ ਬਹਿ ਕੇ ਕਰਨ ਵਾਲੀ ਉਹ ਮੈਦਾਨ 'ਚ ਕਰੋ। ਅਸੀਂ ਵਿਦਵਾਨਾਂ ਵਾਲੀ ਗੱਲ ਮੈਦਾਨਾਂ 'ਚ ਲੈ ਗਏ ਤੇ ਮੈਦਾਨ ਵਾਲੀ ਗੱਲ ਅਸੀਂ ਹੁਣ ਕਰਨੀ ਛੱਡ ਲਈ। ਇਹਦੇ ਕਰਕੇ ਸਾਡੇ ਉਹ ਵੱਡੇ ਜਿਹੜੇ ਪ੍ਰੋਗਰਾਮ ਨੇ ਫੇਲੀਅਰਸ ਨੇ। ਸ਼ਬਦ ਗੁਰੂ ਪ੍ਰਚਾਰ ਸਮਾਗਮਾਂ ਦੀ ਇੱਕ ਲਹਿਰ ਚੱਲੀ ਸੀ 1988 ਤੋਂ। ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਨੇ ਪਹਿਲਾ ਸਮਾਗਮ ਜਿਹੜਾ ਜਲੰਧਰ ਕੀਤਾ ਸੀ, ਉਹ ਸਮਾਗਮ ਦੀ ਸਟੇਜ ਸਜਾਉਣ ਦੀ ਜ਼ਿੰਮੇਵਾਰੀ ਸਾਡੇ ਜੱਥੇ ਨੂੰ ਅੰਮ੍ਰਿਤਸਰੋਂ ਸੀ ਆ ਕੇ ਸਜਾ ਕੇ ਗਏ ਸੀ। ਤੇ ਮੈਨੂੰ ਇੱਦਾਂ ਲੱਗਦਾ ਕਿ ਉਹਨੇ ਬੜਾ ਰੋਲ ਪਲੇ ਕੀਤਾ ਆਪਣਾ। ਸ਼ਬਦ ਗੁਰੂ ਦੀ ਗੱਲ ਹੋ ਗਈ। ਉਸ ਤੋਂ ਪਹਿਲੇ ਸਾਨੂੰ ਆਮ ਸਧਾਰਨ ਜਨਤਾ ਨੂੰ ਤੁਹਾਡਾ ਗੁਰੂ ਕੌਣ ਹੈ ਸਮਝ ਨਹੀਂ ਸੀ ਲੱਗਦੀ ਪਈ। ਉਹ ਲਹਿਰ ਚੱਲ ਪਈ। ਅੱਜ ਫਿਰ ਇੱਕ ਲਹਿਰ ਚਲਾਈਏ। ਜਿਹੜੇ ਲੋਕ ਨਿਰਾਸ਼ੇ ਗਏ ਨੇ, ਜਿਹੜੇ ਲੋਕ ਡਰ ਗਏ ਨੇ, ਪਿੱਛੇ ਜੇ ਇੱਕ ਚੱਲ ਪਈ ਜੀ ਕਿ ਅੰਮ੍ਰਿਤਸਰ 'ਚ 1 ਲੱਖ ਬੰਦਿਆਂ ਦਾ ਇਕੱਠ ਕਰ ਦਿੱਤਾ। ਉਹ ਗਰਾਊਂਡ 'ਚ 5000 ਕੁਰਸੀ ਲੱਗੀ ਸੀ। ਮੈਂ ਤੰਬੂਆਂ ਵਾਲਿਆਂ ਨਾਲ ਗੱਲ ਕਰਕੇ ਆਇਆ, ਠੀਕ ਹੈ ਜੀ। ਉਸ ਗਰਾਊਂਡ 'ਚ ਲੱਖ ਬੰਦਾ ਹੀ ਨਹੀਂ ਇਕੱਠਾ ਹੋ ਸਕਦਾ। ਤਾਂ ਤੁਸੀਂ ਆਪਣੇ ਕਈ ਸਮਾਗਮਾਂ ਦੇ 5-5000 10-10 ਹਜ਼ਾਰ ਬੰਦੇ ਇਕੱਠੇ ਕੀਤੇ ਹੋਣਗੇ, ਹੈ ਨਾ। ਡਰਿਆ ਨਾ ਕਰੋ। ਅਸੀਂ ਢਹਿ ਨਹੀਂ ਗਏ ਪਰ ਸੁਚੇਤ ਨਹੀਂ ਰਹੇ। ਜਿਹੜੇ ਕਾਰਨ ਨੇ ਉਹਨਾਂ ਤੇ ਅਸੀਂ ਸਿੰਪਟਮਸ ਦੇ ਉੱਤੇ ਲੜਾਈ ਲੜਦੇ ਹਾਂ। ਅਸੀਂ ਜਿਹੜੀ ਜੜ੍ਹ ਦੀ ਬਿਮਾਰੀ ਹੈ, ਜਿਵੇਂ ਜੀਭ ਤੇ ਛਾਲੇ ਹੋਣ ਤੇ ਜੀਭ ਦਾ ਇਲਾਜ ਨਹੀਂ ਕੀਤਾ ਜਾਂਦਾ, ਪੇਟ ਦਾ ਕੀਤਾ ਜਾਂਦਾ। ਜਿਵੇਂ ਅੱਖਾਂ ਪੀਲੀਆਂ ਨੇ ਤੇ ਜੌਂਡਸ ਦਾ ਜਿਗਰ ਦਾ ਇਲਾਜ ਕੀਤਾ ਜਾਂਦਾ। ਅਸੀਂ ਅੱਖਾਂ 'ਚ ਦਵਾਈ ਪਾ ਕੇ ਜੌਂਡਸ ਦੂਰ ਨਹੀਂ ਕਰ ਸਕਦੇ। ਉੱਥੇ ਪਹੁੰਚਣ ਦੀ ਲੋੜ ਹੈ। ਆਪਣੇ ਘਰਾਂ 'ਚੋਂ ਜਾਤ ਪਾਤ ਕਿਵੇਂ ਕੱਢਣੀ ਹੈ, ਉਹਦੇ ਤੇ ਸਾਨੂੰ ਜਿਹੜੀ ਹੈ ਉਹ ਲੜਾਈ ਵੀ ਲੜਨੀ ਪੈਣੀ ਹੈ। ਉਹਦੇ ਤੇ ਜਿਹੜਾ ਕੰਮ ਕਰਨਾ ਪੈਣਾ। ਤੁਸੀਂ ਸਾਰੇ ਧਨਤਾ ਦੇ ਯੋਗ ਹੋ। ਬੜੀ ਮੁਬਾਰਕ। ਤੁਸੀਂ ਬਹੁਤ ਚੜ੍ਹਦੀ ਕਲਾ ਵਾਲੇ ਹੋ ਸਾਰੇ। ਇਹ ਮੈਂ ਢਿੱਡੋਂ ਕਹਿ ਰਿਹਾ, ਸੱਚੀ ਕਹਿ ਰਿਹਾ।
ਕਿ ਤੁਹਾਡੀ ਇੱਥੇ ਆਣਾ ਹੀ ਇਹ ਗੱਲ ਦਰਸਾਉਂਦਾ ਕਿ ਕੌਮ ਚੜ੍ਹਦੀ ਕਲਾ 'ਚ ਹੈ ਤੇ ਕੌਮ ਕੋਲ ਕੋਈ ਕਮੀ ਨਹੀਂ ਹੈ ਜੁਝਾਰੂਆਂ ਦੀ। ਕੌਮ ਕੋਲ ਜੀਂਦੇ ਜੀ ਕੌਮ ਦਾ ਭਵਿੱਖ ਬਦਲਣ ਦੀ ਸੋਚਣ ਵਾਲੇ ਬੰਦਿਆਂ ਦੀ ਕੋਈ ਕਮੀ ਨਹੀਂ ਹੈ। ਇਹ ਤੁਹਾਡਾ ਇਕੱਠ, ਤੁਹਾਡਾ ਆਣਾ ਦੂਰੋਂ ਨੇੜਿਓਂ ਚੱਲ ਕੇ ਇਹ ਗੱਲ ਦਰਸਾ ਰਿਹਾ। ਇਹਦੇ ਲਈ ਤੁਹਾਨੂੰ ਮੈਂ ਮੁਬਾਰਕਬਾਦ ਦੇਣਾ। ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਦੀ ਅਗਵਾਈ ਨੂੰ ਮੁਬਾਰਕਬਾਦ ਦੇਣਾ। ਤੁਹਾਨੂੰ ਸਾਰਿਆਂ ਨੂੰ, ਰਾਣਾ ਵੀਰ ਜੀ, ਅਮਰਜੀਤ ਸਿੰਘ ਜੀ, ਗੌਰਵਦੀਪ ਸਿੰਘ ਜੀ, ਰਜਤ ਸਿੰਘ ਜੀ, ਸਤਨਾਮ ਸਿੰਘ ਜੀ, ਸਲੋਚਨਵੀਰ ਵੀਰ ਸਿੰਘ ਜੀ, ਇੱਕ ਵਿਅਕਤੀ, ਇੱਕ ਵੀਰ, ਪ੍ਰਭਸ਼ਰਨ ਸਿੰਘ ਵੀਰ ਜੀ, ਪਰਮਜੀਤ ਸਿੰਘ ਵੀਰ ਜੀ, ਹਰੇਕ ਉਹ ਬੰਦਾ ਜਿਹੜਾ ਇੱਥੇ ਅੱਜ ਚੱਲ ਕੇ ਆਇਆ, ਜਿਹਨੇ ਮਿਹਨਤ ਕੀਤੀ ਕਿ ਇੱਥੇ ਇੱਕ ਬੰਦਾ ਵੀ ਮੇਰੇ ਕਹਿਣ ਤੇ ਆ ਜੇ, ਉਹਨਾਂ ਸਾਰਿਆਂ ਨੂੰ ਮੁਬਾਰਕਬਾਦ। ਬਸਿਆਲਾ ਜੀ ਬੈਠੇ ਨੇ, ਇਹ ਬੜੇ ਹਿੰਮਤੀ ਤੇ ਮਿਹਨਤੀ ਨੇ, ਇਹਨਾਂ ਨੂੰ ਮੁਬਾਰਕਬਾਦ। ਇਹਨਾਂ ਦੇ ਨਾਲ ਬੇਟੀ ਇੰਦਰਜੀਤ ਕੌਰ ਵੀਰ ਜੀ, ਇਹ ਹਮੇਸ਼ਾ ਹੀ ਸਾਰੀਆਂ ਥਾਵਾਂ ਤੇ ਪਹੁੰਚਦੇ ਨੇ। ਤੁਸੀਂ ਮੈਂ ਮਤਲਬ ਇਹਨੂੰ ਸੱਚ ਕਰਕੇ ਜਾਣਿਓ, ਇਹ ਉਤਸ਼ਾਹ ਲੈ ਕੇ ਜਾਇਓ ਇੱਥੋਂ ਕਿ ਤੁਹਾਡੇ ਕਰਕੇ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ 'ਚ ਹੈ। ਇਹ ਉਤਸ਼ਾਹ ਲੈ ਕੇ ਜਾਇਓ। ਕਿਤੇ ਅੱਜ ਇਹ ਮਨ 'ਚ ਲੈ ਕੇ ਨਾ ਜਾਇਓ ਕਿ ਸਾਨੂੰ ਕਿਸੇ ਤੋਂ ਡਰ ਲੱਗਦਾ। ਸਾਨੂੰ ਕਿਸੇ ਤੋਂ ਡਰ ਨਹੀਂ ਲੱਗਦਾ। ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਡਰ ਰਹੇ ਹਾਂ ਕਿਸੇ ਤੋਂ। ਅਸੀਂ ਗੱਲ ਕਰਦੇ ਹਾਂ ਇਸ ਕਰਕੇ ਕਿ ਭਾਈ ਵਿਰੋਧੀ ਸੁਚੇਤ ਹੈ, ਉਹ ਚਾਲਾਂ ਚੱਲ ਰਿਹਾ ਤੇ ਤੁਹਾਨੂੰ ਆਪਣੇ ਕਮਰ ਕੱਸੇ ਕਰਨੇ ਆ। ਉਹ ਕਮਰ ਕੱਸੇ ਤੁਹਾਡੀ ਆਪਣੇ ਨਿਤਨੇਮ ਨਾਲ ਹੋਣੇ ਨੇ, ਤੁਹਾਡੇ ਸਹਿਜ ਪਾਠ ਕੀਤਿਆਂ ਹੋਣੇ ਨੇ, ਤੁਹਾਡੀ ਕਲੈਕਟਿਵ ਸੰਗਤ ਨਾਲ ਹੋਣੇ ਨੇ। ਉਹਦੇ 'ਤੇ ਕੰਮ ਤੁਹਾਨੂੰ ਹੀ ਕਰਨਾ ਹੈ। ਇਸ ਲਈ ਬੇਨਤੀ ਹੈ, ਮੈਂ ਸਿੱਖ ਐਜੂਕੇਸ਼ਨ ਬੋਰਡ ਦੀ ਬੇਨਤੀ ਕਰਨ ਲੱਗਾ। ਅਸੀਂ 1 ਸਤੰਬਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ, ਗੁਰੂ ਸਾਹਿਬ ਕਿਰਪਾ ਕਰਨ। ਸਾਡੀ ਕੋਸ਼ਿਸ਼ ਹੈ, ਤੁਸੀਂ ਅਰਦਾਸ ਕਰਿਓ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜੇ ਹੋ ਕੇ ਕਿ ਅਸੀਂ ਉਸ ਦਿਨ ਸਿੱਖ ਐਜੂਕੇਸ਼ਨ ਬੋਰਡ ਅਨਾਉਂਸ ਕਰ ਲਈਏ। ਉਸ ਤੋਂ ਪਹਿਲੇ 2-3 ਮੀਟਿੰਗਸ ਅਸੀਂ ਕਰਨੀਆਂ ਨੇ। ਕੁਝ ਬੰਦਿਆਂ ਨੂੰ ਅਸੀਂ ਸੰਪਰਕ ਕੀਤਾ। ਅਸੀਂ ਦਿੱਲੀ ਵੀ ਜਾ ਕੇ ਆਏ। ਅਸੀਂ ਵੱਖ-ਵੱਖ ਜਿਹਦੇ 'ਚ ਮੇਜਰ ਜਨਰਲ ਰੈਂਕ ਦੇ ਬੰਦੇ ਨੇ ਐਜੂਕੇਸ਼ਨ ਕੋਰ ਦੇ, ਜਿਹਦੇ 'ਚ ਕਰਨਲ ਮੁਲਤਾਨੀ ਸਾਹਿਬ ਨਾਲ ਵੀ ਬੈਠੇ, ਨਿਸ਼ਕਾਮ ਵਾਲਿਆਂ ਨਾਲ ਬੈਠੇ। ਤੇ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜੀ ਹੈ ਉਹ ਅਕਾਲ ਅਕੈਡਮੀਜ਼ ਵਾਲੇ ਉਹਨਾਂ ਨਾਲ ਵੀ ਬਹਿਣਾ, ਜਿਹੜੀ ਚੀਫ ਖਾਲਸਾ ਦੀਵਾਨ ਨਾਲ ਵੀ। ਅਸੀਂ ਸਾਰਿਆਂ ਨੂੰ ਸਪੇਸ ਦੇ ਕੇ ਅਸੀਂ ਐਜੂਕੇਸ਼ਨ ਬੋਰਡ ਬਣਾਉਣਾ। ਕੋਈ ਨਹੀਂ ਵੀ ਆਏਗਾ ਤਾਂ ਵੀ ਜਗ੍ਹਾ ਖਾਲੀ ਰੱਖਾਂਗੇ ਕਿ ਅਸੀਂ ਕੌਮੀ ਤੌਰ 'ਤੇ ਕੰਮ ਕਰਨਾ ਚਾਹੁੰਦੇ ਹਾਂ ਤੇ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਅਸੀਂ ਉਹਦੇ 'ਤੇ ਕੰਮ ਕਰ ਸਕੀਏ। 20 ਸੰਸਥਾਵਾਂ, 20 ਲੋਕ ਇੱਦਾਂ ਦੇ ਨਿੱਤਰ ਕੇ ਸਾਹਮਣੇ ਆਓ ਜਿਹੜੇ ਇਹ ਕਹਿਣ ਕਿ ਮੈਂ ਇਨੀਸ਼ੀਏਟਰ ਹਾਂ ਇਸ ਕੰਮ ਦੇ ਲਈ, ਐਜੂਕੇਸ਼ਨ ਬੋਰਡ ਲਈ, ਜਿਹੜੇ 50,000 ਰੁਪਇਆ ਘੱਟੋ ਘੱਟ ਕੰਟਰੀਬਿਊਟ ਕਰੋ ਤਾਂ ਕਿ 2 ਸਾਲ ਲਈ ਐਜੂਕੇਸ਼ਨ ਬੋਰਡ ਦੇ 1-2 ਜਿਹੜੇ EMPLOYEES ਰੱਖ ਕੇ ਅਸੀਂ ਕੰਮ ਕਰਾਈਏ। ਉਹਨਾਂ ਦਾ ਖਰਚਾ ਸਾਡੇ ਕੋਲ ਹੋਵੇ। ਫਿਰ ਅੱਗੋਂ ਆਪਣੇ ਆਪ ਜਦੋਂ ਅਸੀਂ ਕੋਈ ਕੁਝ ਕਰ ਸਕੇ ਤੇ ਜੇ ਕੋਈ ਮਿਰੈਕਲ ਹੋਇਆ ਤੇ ਫਿਰ ਅੱਗੇ ਮੂਵ ਕਰਦੇ ਰਹਾਂਗੇ। ਆਪੇ ਸਕੂਲ ਵੀ ਪੇ ਕਰ ਲੈਣਗੇ। ਇਹ ਮੇਰੀ ਬੇਨਤੀ ਹੈ। ਤੁਹਾਡੇ ਸਾਰਿਆਂ ਦਾ ਧੰਨਵਾਦ। ਮੈਂ ਸਮਾਂ ਦੁਬਾਰਾ ਜ਼ਿਆਦਾ ਲੈ ਲਿਆ, ਮੈਂ ਮਾफ़ੀ ਮੰਗ ਲੈਂਦਾ। ਕਿਸੇ ਨੂੰ ਕੋਈ ਗੱਲ ਦਿਲ 'ਤੇ ਦੁਖੀ ਹੋਵੇ ਕਿਸੇ ਵੀ ਬੁਲਾਰੇ ਦੀ ਤਾਂ ਵੀ ਮਾफ़ੀ ਹੈ ਜੀ। ਤੁਹਾਡੇ ਚੱਲ ਕੇ ਆਉਣਾ ਸਿਰ ਮੱਥੇ। ਸਾਡੇ ਕੋਲ ਪਿੱਛੇ ਭੈਣ ਜੀ ਜੇ ਕੋਈ ਗਲਤੀ ਹੋ ਗਈ ਹੈ ਤਾਂ ਉਹਦੀ ਵੀ ਮਾफ़ੀ। ਸਾਰਿਆਂ ਕੋਲੋਂ ਮਾफ़ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਾਫ਼ੀ ਮੰਗਦਾ। ਸਾਡੇ ਵਿੱਚ ਗੁਰਚਰਨ ਸਿੰਘ ਜੀ ਬਸਿਆਲਾ, ਸਤਨਾਮ ਸਿੰਘ ਜੀ ਮਰਿੰਡਾ ਤੋਂ ਆਏ ਨੇ, ਪ੍ਰੋਫੈਸਰ ਸੁਖਜਿੰਦਰ ਸਿੰਘ ਕੌਰ ਉਹ ਖਾਲਸਾ ਕਾਲਜ ਚੰਡੀਗੜ੍ਹ ਤੋਂ ਆਏ ਆ। ਉਹਨਾਂ ਨੂੰ ਮੈਂ ਸਮਾਂ ਨਹੀਂ ਦੇ ਸਕਿਆ, ਉਹਨਾਂ ਲਈ ਮਾਫ਼ੀ। ਅਤੇ ਲਾਸਟ ਵਿੱਚ ਮੈਂ ਰਾਣਾ ਇੰਦਰਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣੇ ਜਿਹੜੇ ਹਾਜ਼ਰੀ ਲਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਕਾਵਟ ਹੋਣਾ ਸੁਭਾਵਿਕ ਹੈ ਜੀ। ਲਗਾਤਾਰ 4 ਘੰਟੇ ਲਗਾਤਾਰ ਬੈਠੇ ਹਾਂ। ਮੈਂ ਸਿੰਘ ਸਾਹਿਬ ਨੂੰ ਦੇਖ ਰਿਹਾ ਸੀ ਵੀ ਇਹਨਾਂ ਨੇ ਆਪਣੇ ਚੌਂਕੜੀ ਨੂੰ ਨਹੀਂ ਲਾਇਆ, ਨਹੀਂ ਤਾਂ ਸਾਡੇ ਵਰਗੇ ਕਦੇ ਗੋਡਾ ਥੱਲੇ, ਕਦੇ ਉੱਤੇ, ਕਦੇ ਖੜੇ ਹੋ ਗਏ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। 4 ਘੰਟੇ ਹੋਰ ਬਿਠਾਈ ਰੱਖੋ।
ਪਰ ਮੈਂ ਸਮਝਦਾ ਕਿ ਜਿਹੜੇ ਬਾਕੀ ਸਾਡੇ ਵਰਗੇ ਜਿਹੜੇ ਹੈਗੇ ਨੇ ਜਿਨ੍ਹਾਂ ਦਾ ਬਹੁਤਾ ਅਭਿਆਸ ਨਹੀਂ, ਉਹਨਾਂ ਵਾਸਤੇ ਘੰਟਾ ਵੀ ਬਹਿਣਾ ਔਖਾ ਹੈ, ਪਰ ਤੁਸੀਂ ਲਗਭਗ 4 ਘੰਟੇ ਤੋਂ ਇੱਥੇ ਬੈਠੇ ਹੋ। ਇਹ ਮੈਂ ਸਮਝਦਾ ਕਿ ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਅਤੇ ਤੁਹਾਡੇ ਜਿਹੜੀ ਗੱਲ ਵੀ ਜਸਵਿੰਦਰ ਸਿੰਘ ਨੇ ਕਹੀ ਕਿ ਤੁਹਾਡੀ ਚੜ੍ਹਦੀ ਕਲਾ ਵਾਕਈ ਇਹ ਦਸਾਉਂਦੀ ਹੈ ਕਿ ਲਗਾਤਾਰ 4 ਘੰਟੇ ਬਹਿ ਕੇ ਸੁਣਨਾ ਆਪਣੇ ਆਪ 'ਚ ਇਹ ਵੀ ਕੋਈ ਚੜ੍ਹਦੀ ਕਲਾ ਤੋਂ ਘੱਟ ਨਹੀਂ, ਬਹੁਤ ਵੱਡੀ ਗੱਲ ਹੈ ਜੀ। ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਆਪਾਂ ਲੰਗਰ ਵਾਲੇ ਵੀਰ ਸਾਡੇ ਵੇਟ ਕਰ ਰਹੇ ਨੇ। ਅਤੇ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਅਕਸਰ ਅਸੀਂ ਇਹੋ ਜਿਹੀ ਮੀਟਿੰਗਾਂ, ਇਹੋ ਜਿਹੇ ਸਮਾਗਮ ਸਾਡੇ 2-4 ਮਹੀਨੇ ਬਾਅਦ, 6 ਮਹੀਨੇ ਬਾਅਦ ਕੋਈ ਐਸਾ ਪ੍ਰੋਗਰਾਮ ਉਲੀਕ ਲਿਆ ਜਾਂਦਾ ਹੈ। ਅਸੀਂ ਸਾਰੇ ਜਾਂਦੇ ਹਾਂ, ਕੋਈ ਸ਼ੱਕ ਨਹੀਂ, ਔਰ ਇੱਕ ਜਜ਼ਬੇ ਨਾਲ ਪ੍ਰੇਰਿਤ ਹੋ ਕੇ ਜਾਂਦੇ ਹਾਂ ਅਤੇ ਉੱਥੋਂ ਰੀਚਾਰਜ ਹੋ ਕੇ ਵਾਪਸ ਆਉਂਦੇ ਹਾਂ। ਮੈਂ ਹੁਣ ਇਹ ਜ਼ਰੂਰ ਇੱਕ ਸੁਝਾਅ ਦਿਆਂਗਾ ਕਿ ਆਉਣ ਵਾਲੇ ਜਿਹੜੇ ਸਮੇਂ ਵਿੱਚ ਜਿਵੇਂ ਮੈਂ ਲੱਗਦਾ ਮੇਰੇ ਸ਼ਾਇਦ ਮਨਦੀਪ ਸਿੰਘ ਨੇ ਗੱਲ ਕਹੀ ਸੀ ਕਿ ਸਾਨੂੰ ਹੋਮਵਰਕ ਜ਼ਰੂਰ ਦਿਓ। ਹੋਮਵਰਕ ਦਾ ਮਤਲਬ ਹੈ ਕਿ ਜਿਹੜੇ ਜਿਸ ਫੀਲਡ ਦੇ ਮਾਹਰ ਨੇ, ਜਿਸ ਖੇਤਰ ਦੇ ਉਹ ਮਾਹਰ ਹੈਗੇ ਨੇ, ਉਹਨਾਂ ਨੂੰ ਉਹ ਕੰਮ ਆਪਾਂ ਅੱਜ ਦੇ ਦਈਏ ਅਤੇ ਮਹੀਨੇ ਬਾਅਦ 2 ਮਹੀਨੇ ਬਾਅਦ ਟਾਰਗੇਟ ਉਹਨਾਂ ਦਾ ਫਿਕਸ ਕਰ ਦਈਏ ਕਿ ਆਹ ਤੁਸੀਂ ਕੰਮ ਤਿਆਰ ਕਰਕੇ ਲੈ ਕੇ ਆਉਣਾ ਜੀ। ਜਿਵੇਂ ਵੀ ਪਰਮਜੀਤ ਸਿੰਘ ਜੀ, ਤੁਸੀਂ ਸਿੱਖ ਵਿਦਿਅਕ ਬੋਰਡ ਦਾ ਤੁਸੀਂ ਗੱਲ ਕੀਤੀ ਹੈ, ਉਹ ਅਗਲੇ 1 ਮਹੀਨੇ 'ਚ ਜਾਂ 2 ਮਹੀਨੇ 'ਚ, ਜਿਵੇਂ ਤੁਸੀਂ ਕਿਹਾ 1 ਸਤੰਬਰ ਨੂੰ ਅਸੀਂ ਇਹ ਕਰਨਾ, ਉਹ ਆਪਣਾ ਗਿਆਨੀ ਬਲਜੀਤ ਸਿੰਘ ਅੱਜ ਆਏ ਨਹੀਂ, ਸ਼ਾਇਦ ਉਹਨਾਂ ਨੇ 3-4 ਤਰੀਕ ਨੂੰ ਵਾਪਸ ਆ ਜਾਣਾ, ਜਿਹੜਾ ਗੁਰਮਤਿ ਵਿਦਿਅਕ ਬੋਰਡ ਬਣਾਉਣਾ। ਟਾਰਗੇਟ ਫਿਕਸ ਕਰੋ, ਡੇਟ ਦੇ ਕੇ ਕਿ ਇਸ ਡੇਟ ਤੱਕ ਇਹ ਕੰਮ ਤਿਆਰ ਹੋ ਕੇ ਆਪਾਂ ਸੰਗਤ ਵਿੱਚ ਲੈ ਕੇ ਜਾਣਾ। ਮੈਨੂੰ ਲੱਗਦਾ ਉਹਦੇ ਨਾਲ ਜਦੋਂ ਕੋਈ ਸਮਾਂ ਵੱਧ ਦਿੱਤਾ ਜਾਏ ਨਾ ਤਾਂ ਉਹਦਾ ਰਿਜ਼ਲਟ ਸ਼ਾਇਦ ਜ਼ਿਆਦਾ ਨਿਕਲ ਆਏ। ਹੁਣ ਸਾਰਿਆਂ ਨੂੰ ਸਾਰੇ ਕੰਮਾਂ 'ਚ ਮੇਬੀ ਸ਼ਾਇਦ ਇੰਟਰਸਟ ਨਾ ਹੋਵੇ ਜੀ। ਅਸੀਂ ਚਾਹੁੰਦੇ ਸਾਰੇ ਹਾਂ ਕਿ ਸ਼੍ਰੋਮਣੀ ਕਮੇਟੀ 'ਚ ਬਦਲਾਅ ਆਵੇ ਅਤੇ ਬਾਦਲਾਂ ਤੋਂ ਮੁਕਤੀ ਮਿਲੇ ਅਤੇ ਅਸੀਂ ਕੋਈ ਚੰਗਾ ਕੌਮ ਲਈ ਕੋਈ ਕੰਮ ਕਰ ਸਕੀਏ। ਪਰ ਉਹਦੇ ਲਈ ਕਿਵੇਂ ਉੱਦਮ ਕਰਨਾ ਹੈ, ਉਹ ਜਿਸ ਤਰ੍ਹਾਂ ਜਸਵਿੰਦਰ ਸਿੰਘ ਜੀ ਮੈਨੇਜ ਕਰ ਸਕਦੇ ਨੇ ਜਾਂ ਸਿੰਘ ਸਾਹਿਬ ਕਰ ਸਕਦੇ ਨੇ, ਸ਼ਾਇਦ ਉਹ ਸਾਡੇ ਵਰਗੇ ਨਾ ਕਰ ਸਕਣ। ਇਸ ਤਰ੍ਹਾਂ ਹੀ ਅਲੱਗ-ਅਲੱਗ ਜਿਹੜੇ ਫੀਲਡ ਨੇ, ਉਹਨਾਂ ਦੇ ਜਿਹੜੇ ਮਾਹਰ ਨੇ, ਉਹਨਾਂ ਨੂੰ ਅੱਗੇ ਲਾ ਕੇ ਅਤੇ ਸਮਾਂਬੱਧ ਇਹ ਦਿੱਤਾ ਜਾਏ ਕਿ ਉਹ ਆਪਣਾ ਤਿਆਰੀ ਕਰਕੇ ਅਤੇ ਅਗਲੀ ਪ੍ਰੋਗਰਾਮ ਤੋਂ ਪਹਿਲਾਂ ਆਪਾਂ ਉਹਨੂੰ ਕਰ ਸਕੀਏ। ਬਸ ਇੰਨੀ ਕੁ ਬੇਨਤੀ ਮੇਰੇ ਦਿਮਾਗ 'ਚ ਇਹ ਗੱਲ ਆਈ ਸੀ ਜੀ। ਅਤੇ ਹੁਣ ਮੈਂ ਸਾਰੀ ਸੰਗਤ ਦਾ, ਜਿੰਨੇ ਵੀ ਦੂਰੋਂ ਨੇੜੇ ਚੱਲ ਕੇ ਆਏ ਨੇ, ਔਰ ਅਸੀਂ ਸਵੇਰੇ ਦੇਖ ਰਹੇ ਸੀ ਕਿ ਮਨਦੀਪ ਸਿੰਘ ਜੀ ਸਾਡੇ ਤੋਂ ਵੀ ਪਹਿਲਾਂ ਪਹੁੰਚੇ, ਉਹ ਸਦੂਗੜ੍ਹ ਝਨੀਰ ਤੋਂ ਮਾਨਸਾ ਤੋਂ ਚੱਲ ਕੇ ਇੰਨੀ ਦੂਰੋਂ ਆ ਕੇ ਸਾਡੇ ਤੋਂ ਵੀ ਪਹਿਲਾਂ ਪਹੁੰਚੇ ਹੋਏ ਸੀ। ਇਹ ਇੱਕ ਚਾਅ ਹੈ, ਇੱਕ ਮੈਂ ਸਮਝਦਾ ਕਿ ਇੱਕ ਸ਼ੌਂਕ ਹੈ ਤੁਹਾਡੇ ਮਨ ਵਿੱਚ, ਕੌਮ ਲਈ ਜਜ਼ਬਾ ਹੈ, ਉਹ ਜਜ਼ਬਾ ਸਾਡੇ ਸਾਰਿਆਂ 'ਚ ਪੈਦਾ ਹੋਵੇ। ਪਰ ਇਸੇ ਤਰ੍ਹਾਂ ਅਸੀਂ ਕੌਮ ਦੇ ਸਰੋਕਾਰਾਂ ਲਈ ਬੈਠ ਕੇ ਵਿਚਾਰ ਕਰੀਏ। ਆਮ ਤੌਰ 'ਤੇ ਸਾਡੇ ਸਮਾਗਮਾਂ ਵਿੱਚੋਂ ਇੱਥੇ ਗੱਲ ਹੋਈ ਹੈ ਕਿ ਵੀ ਸਾਡੇ ਪੰਥਕ ਸਮਾਗਮਾਂ ਵਿੱਚੋਂ ਇਹ ਪੰਥਕ ਸਰੋਕਾਰ ਗਾਇਬ ਹੋ ਗਏ ਨੇ ਜੀ। ਕੇਵਲ ਕਥਾ ਕੀਰਤਨ ਜਿਹੜਾ ਉਹ ਰਹਿ ਗਿਆ, ਬਾਕੀ ਹੋਰ ਜਿਹੜੇ ਕਰੰਟ ਇਸ਼ੂਜ਼ ਹੈਗੇ ਨੇ ਉਹਨਾਂ 'ਤੇ ਕੋਈ ਚਰਚਾ ਹੋ ਹੀ ਨਹੀਂ ਪਾਉਂਦੀ। ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡੇ ਇੱਥੇ ਜਿਹੜੇ ਹਫ਼ਤਾਵਾਰੀ ਸਮਾਗਮ ਹੁੰਦੇ ਨੇ ਉਹਦੇ ਕੋਈ ਨਾ ਕੋਈ ਗੱਲ, ਅਸੀਂ ਪਿੱਛੇ ਜੇ ਇਹ ਕ੍ਰਿਸਚੈਨਿਟੀ ਦੀ ਗੱਲ ਆਪਣੇ ਸੰਗਤ ਵਿੱਚ ਕੀਤੀ ਅਤੇ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਕਿ ਤੁਹਾਡੀ ਇੱਕ ਵਰਕਸ਼ਾਪ ਰੱਖਾਂਗੇ ਅਤੇ ਤੁਹਾਨੂੰ ਜਾਣਕਾਰੀ ਦਿਆਂਗੇ। ਕੁਝ ਸਮਾਂ ਪਹਿਲਾਂ ਸਾਡੇ ਕੋਲ ਇੱਕ ਕਿਸਾਨ ਆਗੂ ਆਏ ਇੱਥੇ ਕਾਲਜ 'ਚ, ਮੈਂ ਅਤੇ ਪ੍ਰਿੰਸੀਪਲ ਸਾਹਿਬ ਬੈਠੇ ਸੀ ਅਤੇ ਕਾਫੀ ਗੱਲਾਂ ਨਾਲ ਵਿਚਾਰ ਹੋਈ। ਉਦੋਂ ਵੀ ਮੈਂ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਅਸੀਂ ਔਰ 90 ਦੇ ਆਸ-ਪਾਸ ਪੰਜਾਬ ਵਿੱਚ ਹਿੰਦੂ ਸਿੱਖ ਦਾ ਬਖੇੜਾ ਦਿਖਾ ਕੇ, ਲੜਾਈ ਦਿਖਾ ਕੇ, ਔਰ ਸਾਰੇ ਇੰਡੀਆ ਵਿੱਚ ਸਿੱਖਾਂ ਨੂੰ ਉਜਾੜਿਆ ਗਿਆ, ਲੁੱਟਿਆ ਪੁੱਟਿਆ ਗਿਆ। ਪੰਜਾਬ ਵਿੱਚ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਜਿੰਨਾ ਪੰਜਾਬ ਤੋਂ ਬਾਹਰ ਹੋਇਆ, ਕਿਉਂਕਿ ਇਹ ਮੀਡੀਆ ਰਾਹੀਂ ਹਿੰਦੂਆਂ ਨੂੰ ਉਕਸਾਇਆ ਗਿਆ। ਇਸੇ ਤਰ੍ਹਾਂ ਅੱਜ ਜੋ ਲੱਗਦਾ ਹੈ, ਬਾਕੀ ਸਾਰੇ ਸਟੇਟਾਂ ਵਿੱਚ ਕਿਤੇ ਈਸਾਈਅਤ ਦਾ ਰੌਲਾ ਨਹੀਂ ਹੈ। ਬਾਕੀ ਸਾਰੇ ਪਾਸੇ ਜਿਵੇਂ ਅੱਗੇ ਗੱਲ ਆਈ ਇੱਥੇ ਕਿ ਉੱਥੇ ਉਹ ਧਰਮ ਪਰਿਵਰਤਨ 'ਤੇ ਬੈਨ ਕਾਨੂੰਨ ਬਣਿਆ, ਉਹ ਬੈਨ ਕੀਤਾ ਉਹਨਾਂ ਨੇ। ਦੂਜੀ ਗੱਲ ਹੋਰ, ਜਿੰਨੀ ਫੰਡਿੰਗ ਇਹਨਾਂ ਨੂੰ ਬਾਹਰੋਂ ਆ ਰਹੀ ਹੈ ਉਹ ਸਰਕਾਰ ਦੀ ਮਰਜ਼ੀ ਤੋਂ ਬਿਨਾਂ, ਸਰਕਾਰ ਦੀ ਆਗਿਆ ਤੋਂ ਬਿਨਾਂ ਬਾਹਰੋਂ ਇੰਨੀ ਵੱਡੀ ਫੰਡਿੰਗ ਨਹੀਂ ਆ ਸਕਦੀ। ਸਰਕਾਰ ਚਾਹ ਰਹੀ ਹੈ ਤਾਂ ਉਹਨਾਂ ਨੂੰ ਫੰਡਿੰਗ 'ਤੇ ਐਡੇ ਵੱਡੇ ਚਰਚ ਉਹਨਾਂ ਦੇ ਬਣ ਰਹੇ ਨੇ। ਕਿਤੇ ਇਹ ਤਾਂ ਨਹੀਂ ਸਰਕਾਰ ਦਾ ਮਕਸਦ ਕਿ ਅੱਜ ਪੰਜਾਬ ਵਿੱਚ ਸਿੱਖਾਂ ਅਤੇ ਈਸਾਈਆਂ ਨੂੰ ਲੜਾ ਕੇ, ਕਿਉਂਕਿ ਸਾਡੇ ਵਿੱਚ ਕਈ ਜਿਹੜੇ ਹੈਗੇ ਨੇ ਕਰਮਦਲੀਏ ਜਿਹੜੇ ਕਹਿੰਦੇ ਨੇ ਕਿ ਆਮਣੇ ਸਾਹਮਣੇ ਹੋ ਕੇ ਲੜਾਈ ਕਰਨ ਨੂੰ ਤਿਆਰ ਬੈਠੇ ਨੇ ਜੀ। ਐਸਾ ਨਾ ਹੋਵੇ ਕਿ ਅੱਜ ਇੱਥੇ ਫੇਰ ਆਉਣ ਵਾਲੇ 5-7 ਸਾਲਾਂ 'ਚ ਉਹ ਜਿਹਾ ਮਾਹੌਲ ਦਿਖਾ ਕੇ
ਤੇ ਸਾਰੇ ਵਰਲਡ ਵਿੱਚ, ਕਿਉਂਕਿ ਬਾਕੀ ਥਾਵਾਂ ਤੇ ਅਸੀਂ ਬਹੁਤ ਘੱਟ ਗਿਣਤੀ 'ਚ ਹਾਂ ਤੇ ਸਿੱਖ ਜਿਹੜੇ ਨੇ ਬਹੁਤ ਘੱਟ ਗਿਣਤੀ, ਤੇ ਬਾਕੀ ਸਾਰੇ ਤਾਂ ਈਸਾਈ ਬਹੁਤੇ ਹੈਗੇ ਨੇ। ਇਹ ਨਾ ਹੋਵੇ ਕਿਤੇ ਜੋ ਇੰਡੀਆ ਵਿੱਚ 84 'ਚ ਹੋਇਆ ਉਹ ਅੱਜ ਤੋਂ 5 ਸਾਲ 2 ਸਾਲ 4 ਸਾਲ ਬਾਅਦ ਬਾਕੀ ਕੰਟਰੀ ਵਿੱਚ ਇਸ ਤਰ੍ਹਾਂ ਹੋਵੇ। ਸੋ ਅਸੀਂ ਸਾਡੇ 'ਚ ਕੋਈ ਵੀ ਨਹੀਂ ਚਾਹੇਗਾ ਇਹ ਗੱਲ, ਗੁਰੂ ਕਰੇ ਐਸਾ ਮੌਕਾ ਨਾ ਆਵੇ। ਪਰ ਹਾਲਾਤ ਜਿਹੜੇ ਜਿਸ ਤਰ੍ਹਾਂ ਦੇ ਬਣਦੇ ਜਾ ਰਹੇ ਨੇ, ਅੱਜ ਸਾਨੂੰ ਆਪਣੇ ਗਿਆਨ ਨਾਲ, ਆਪਣੀ ਦਲੀਲ ਨਾਲ, ਆਪਣੇ ਤਰਕ ਨਾਲ ਉਹਨਾਂ ਈਸਾਈਅਤ ਦੇ ਜਿਹੜੇ ਅੱਜ ਵਹਿਮ ਭਰਮ ਫੈਲਾ ਕੇ ਤੇ ਲੋਕਾਂ ਨੂੰ ਆਪਣਾ ਜੋੜ ਰਹੇ, ਜਿਵੇਂ ਜਾਤਵਾਦ ਦੀ ਗੱਲ ਕੀਤੀ ਵੀ ਜਸਵਿੰਦਰ ਸਿੰਘ ਨੇ, ਉਹਦੇ ਨਾਲ ਟਾਕਰਾ ਕਰਨ ਦੀ ਲੋੜ ਹੈ, ਨਾ ਕਿ ਆਮਨੇ ਸਾਹਮਣੇ ਹੋ ਕੇ ਕੋਈ ਗਲਤ ਬਿਆਨਬਾਜ਼ੀ ਕਰਨ ਦੀ ਜਾਂ ਲੜਾਈ ਕਰਨ ਦੀ। ਸੋ ਮੈਂ ਫਿਰ ਇੱਕ ਵਾਰੀ ਧੰਨਵਾਦ ਕਰਦਾ ਜੀ। ਸਾਡੇ ਇੱਕ ਸਾਡਾ ਅਜੀਜ਼ ਹੈ ਜੀ ਅਵਤਾਰ ਸਿੰਘ ਜੀ, ਇਹ ਮੁੰਡਾ ਸਾਡਾ PhD ਕਰ ਰਿਹਾ ਡਾਕਟਰ ਰਘਬੀਰ ਸਿੰਘ ਬੈਂਸ ਦੇ ਉੱਪਰ, ਤੇ ਇਹ ਚਾਹੁੰਦੇ ਸਨ ਕਿ ਜਿਨ੍ਹਾਂ ਕੋਲ ਡਾਕਟਰ ਰਘਬੀਰ ਸਿੰਘ ਜੀ ਬਾਰੇ ਕੋਈ ਜਾਣਕਾਰੀ ਹੈ ਉਹ ਆਪਣੇ ਵੀਡੀਓ ਕੈਮਰੇ ਨਾਲ ਲੈ ਕੇ ਆਏ ਨੇ, ਉਹ ਕੋਈ 1-2 ਮਿੰਟ ਜ਼ਰੂਰ ਸਾਂਝਾ ਉਹ ਕਰ ਲੈਣ ਜੀ, ਕਿਉਂਕਿ ਇਹ ਇੱਕ PhD ਦੇ ਥੀਸਿਸ ਵਿੱਚ ਇਹਨਾਂ ਨੇ ਉਹ ਸ਼ਾਮਲ ਕਰਨਾ। ਉਹਨਾਂ ਦਾ ਜਿਹੜਾ ਬੇਟਾ ਹੈ ਪ੍ਰਭਜੋਤ ਸਿੰਘ ਕੈਨੇਡਾ ਤੋਂ, ਕਈ ਜਾਣਦੇ ਨੇ ਵੀ ਜੀ, ਜਸਵਿੰਦਰ ਸਿੰਘ ਵੀ ਜਾਣਦੇ ਨੇ ਉਹਨਾਂ ਨੂੰ, ਉਹ ਅਕਸਰ ਜਦੋਂ ਆਉਂਦੇ ਨੇ ਤੇ ਸਾਰਿਆਂ ਨੂੰ ਮਿਲਦੇ ਵੀ ਨੇ। ਉਹਨਾਂ ਦੀ ਮਨ ਦੀ ਇੱਛਾ ਹੈ ਕਿ ਉਹ ਬੈਂਸ ਸਾਹਿਬ ਬਾਰੇ ਕੋਈ ਡਾਕੂਮੈਂਟਰੀ ਬਣਾਈ ਜਾਏ ਤੇ ਨਾਲੇ ਥੀਸਿਸ ਜਿਹੜਾ ਵਿੱਚ ਚੱਲ ਰਿਹਾ, ਉਸ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਜਾਣਦੇ ਨੇ ਉਹਨਾਂ ਨਾਲ ਉਹ ਜ਼ਰੂਰ 1-2 ਮਿੰਟ ਉਹ ਆਪਣੀ ਜਾਣਕਾਰੀ ਸਾਂਝੀ ਕਰਨ ਜੀ। ਇੱਕ ਕਿਤਾਬ ਵੀ ਜੀ ਛਪ ਕੇ ਆਈ ਜੀ, ਵੀ ਸਲੋਚਨਵੀਰ ਸਿੰਘ ਜੀ ਨੇ ਛਪਾਈ ਹੈ ਜੀ ਕਿਤਾਬ, ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਤੇ ਹੋਰ ਲੇਖ ਹੈਗੇ ਨੇ, ਉਹ ਜਿਹੜੇ ਇਹ ਬਿਲਕੁਲ ਭੇਟਾ ਰਹਿਤ ਹੈ ਜੀ। ਇਹ ਜਿਹੜੇ ਵੀਰਾਂ ਕੋਲ ਨਹੀਂ ਪਹੁੰਚੀ ਉਹ ਲੈ ਕੇ ਜਾਣ ਦੀ ਕਿਰਪਾਲਤਾ ਕਰਨ ਜੀ। ਇੱਕ ਵਾਰੀ ਫੇਰ ਸਾਰੀ ਸੰਗਤ ਦਾ ਮੈਂ ਹਾਰਦਿਕ ਧੰਨਵਾਦ ਕਰਦਾ ਜੀ। ਸਭ ਨੂੰ ਜੋ ਤੁਸੀਂ ਕਹੋ ਕਿ ਪਲੀਜ਼ ਅਸੀਂ ਜਦੋਂ WhatsApp ਭੇਜਦੇ ਹਾਂ ਤੇ ਜਦੋਂ ਬ੍ਰੌਡਕਾਸਟ ਕਰਦੇ ਹਾਂ, ਜਿਨ੍ਹਾਂ ਕੋਲ ਨੰਬਰ ਨਹੀਂ ਫੀਡ ਉਹ ਨੰਬਰ ਸਾਡੇ ਗਰੁੱਪ ਵਿੱਚ ਕਰ ਦਿਓ, ਤੁਹਾਨੂੰ ਨੀਚੇ ਮੈਸੇਜ ਆਉਂਦੇ ਨੇ, ਆਪ ਜਿਹੜਾ ਨੰਬਰ ਬੋਲ ਰਹੇ ਹੋ ਆਪਣੇ ਨੰਬਰ ਦੇ ਉੱਤੇ ਭੇਜ ਦਿਓ। ਹਾਂਜੀ, ਇਹ ਜਿਹੜੇ ਤੁਹਾਨੂੰ ਬ੍ਰੌਡਕਾਸਟ ਦੇ ਮੈਸੇਜ ਆਉਂਦੇ ਨੇ ਵੀ ਜੀ 98 148 98 802 ਜੀ, ਨੰਬਰ ਯਾਦ ਵੇਖ ਲਓ ਜੀ ਮੈਨੂੰ ਤੁਹਾਡਾ। ਹਾਂਜੀ, ਜਿਨ੍ਹਾਂ ਕੋਲ ਵੀ ਜਸਵਿੰਦਰ ਸਿੰਘ ਦਾ ਨੰਬਰ ਨਹੀਂ ਹੈ ਆਪਣੇ ਕੋਲ, ਸੇਵ ਕਰ ਲਓ, ਪਤਾ ਲੱਗ ਜਾਂਦਾ ਕਿ ਵੀ ਜਸਵਿੰਦਰ ਸਿੰਘ ਦਾ ਮੈਸੇਜ ਆਇਆ WhatsApp 'ਤੇ, ਕਿਉਂਕਿ ਫੇਸ ਸਾਹਮਣੇ ਆ ਜਾਂਦਾ। ਪਰ ਕਈ ਵਾਰੀ ਉਹ ਉਹਦੇ 'ਚ ਕੋਈ ਖੁੱਲ੍ਹਦਾ ਨਹੀਂ, ਜੇ ਕੋਈ ਲਿੰਕ ਦਿੱਤਾ ਹੋਵੇ, ਜੇ ਉਹਦਾ ਨੰਬਰ ਫੀਡ ਨਾ ਹੋਵੇ ਤਾਂ ਉਹ ਨੰਬਰ ਸੇਵ ਕਰ ਲਓ, ਸਾਨੂੰ ਆਪਣੋ। ਅਤੇ ਜਿਹੜਾ ਮੈਸੇਜ ਤੁਹਾਨੂੰ ਪੰਥਕ ਤਾਲਮੇਲ ਸੰਗਠਨ ਵੱਲੋਂ ਜਾਂ ਜਸਵਿੰਦਰ ਸਿੰਘ ਜੀ ਦੇ ਪਰਸਨਲ ਨੰਬਰ ਤੋਂ ਆਉਂਦਾ, ਉਹਨੂੰ ਅਸੀਂ ਸਾਰੇ ਔਨ ਕਰਿਆ ਕਰੀਏ। ਮੇਰੇ ਸਮੇਤ ਕਈ ਹੈਗੇ ਨੇ ਜਿਹੜੇ ਜਵਾਬ ਨਹੀਂ ਦਿੰਦੇ, ਉਹ ਮੇਰਾ ਇਸ ਗੱਲ ਦਾ ਉਹਨਾਂ ਨਾਲ ਉਹ ਮੇਰੇ ਨਾਲ ਗਿਲਾ ਵੀ ਕਰਦੇ ਰਹਿੰਦੇ ਨੇ। ਪਰ ਮੈਂ ਫਿਰ ਬੇਨਤੀ ਕਰਾਂਗਾ ਕਿ ਜ਼ਰੂਰ ਆਪਾਂ ਉਹਨਾਂ ਦਾ ਰਿਸਪੌਂਸ ਜਿਹੜਾ ਉਹ ਦਿਆ ਕਰੀਏ, ਅਤੇ ਆਉਣ ਵਾਲਾ ਸਮਾਂ ਅਸੀਂ ਸਾਰੇ ਉਮੀਦ ਕਰੀਏ ਕਿ ਭਵਿੱਖ ਜਿਹੜਾ ਹੈ ਉਹ ਸਿੱਖ ਕੌਮ ਦਾ ਹੋਏਗਾ, ਜੇ ਅਸੀਂ ਸਾਰੇ ਇਕੱਠੇ ਹੋ ਕੇ ਇਸੇ ਤਰ੍ਹਾਂ ਪੰਥਕ ਇਸ਼ੂਜ਼ ਦੇ ਉੱਤੇ ਗੱਲਬਾਤ ਕਰਕੇ ਅੱਗੇ ਵਧ ਰਹੀਏ। ਸੋ ਸਾਰੀ ਸੰਗਤ ਦਾ ਮੈਂ ਹਾਰਦਿਕ ਧੰਨਵਾਦ ਕਰਦਾ ਜੀ, ਅਤੇ ਨਾਲ ਹੀ ਬੇਨਤੀ ਹੈ ਕਿ ਹੁਣ ਆਪਾਂ ਆਨੰਦ ਸਾਹਿਬ ਕਰਕੇ ਤੇ ਅਰਦਾਸ ਵਿੱਚ ਵੀ ਸ਼ਾਮਲ ਹੋਣਾ ਜੀ। ਉਸ ਤੋਂ ਬਾਅਦ ਗੁਰੂ ਕਾ ਲੰਗਰ ਆਪਾਂ ਸਾਰੇ ਛਕਾਂਗੇ ਜੀ। ਵਿਜੇ ਖੁਸ਼ਹਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇੱਕ ਸੂਚਨਾ ਸਾਂਝੀ ਕਰਨੀ ਹੈ। ਆਉਣ ਵਾਲਾ ਸਾਲ ਜਾਂ 150 ਸਾਲਾ ਕੇਂਦਰੀ ਸ੍ਰੀ ਗੁਰੂ ਜਿਹੜੀ ਸਿੰਘ ਸਭਾ ਲਹਿਰ ਹੈ ਉਹਦਾ ਆ ਰਿਹਾ, ਅਤੇ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇੱਕ ਸਿੰਘ ਸਭਾ ਸ਼ਤਾਬਦੀ ਕਮੇਟੀ ਬਣਾ ਰਹੇ ਹਾਂ, ਅਤੇ ਉਹਦੇ ਵਿੱਚ ਹਰੇਕ ਜਥੇਬੰਦੀ ਦਾ ਇੰਡੀਵਿਜੂਅਲ ਵੀ ਜਿਹੜਾ ਹਿੱਸਾ ਪਾਉਣਾ ਚਾਹੁੰਦਾ ਹਿੱਸਾ ਪਾਵੇ, ਉਹਦਾ ਅੰਗ ਬਣੇ। ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਇਹਦੇ ਪ੍ਰੋਗਰਾਮ ਬਾਰੇ ਅਸੀਂ ਸਾਂਝੇ ਕਰਾਂਗੇ। ਸੋ ਸਾਰੇ ਜਥੇਬੰਦੀਆਂ ਆਪਣੇ ਵੱਲੋਂ ਘੱਟੋ ਘੱਟ ਇੱਕ ਪ੍ਰਤੀਨਿਧ ਉਸ ਸ਼ਤਾਬਦੀ ਕਮੇਟੀ 'ਚ ਜ਼ਰੂਰ ਜਿਹੜਾ ਉਹ ਦੇਣ। ਅਤੇ ਖੁਸ਼ਹਾਲ ਸਿੰਘ ਹਾਂਜੀ, ਅਤੇ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਜੀ ਨੂੰ ਕਿ ਆਨੰਦ ਸਾਹਿਬ ਜੀ